problem ਦਾ solution college admissions, student visas, course change, AAT appeals, RSMS visas, US visitor visa, Canada immigration ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ। ਅੱਜ ਹੀ ਕਾਲ ਕਰੋ 0406 660 960 ਤੇ और visit Suite 701 Level 7 343 Little Collins Street, Melbourne। ईमेल करो अपनी क्वेरी info@bansalimmigration.com.au ਤੇ। ਹਾਂਜੀ ਰੇਡੀਓ ਹਾਂਜੀ 1674 AM ਤੁਸੀਂ ਇਸ ਵਕਤ ਟਿਊਨ ਇਨ ਕਰ ਚੁੱਕੇ ਹੋ ਤੇ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ ਜੀ, ਰੇਡੀਓ ਹਾਂਜੀ ਦੇ ਫੇਸਬੁੱਕ ਦੇ ਉੱਤੇ। ਤੇ ਜਿਵੇਂ ਕਿ ਕਿਹਾ ਸੀ ਕਿ ਜਲਦ ਹੀ ਆਪਾਂ ਅਜੇ ਬਾਂਸਲ ਜੀ ਨੂੰ ਨਾਲ ਲੈ ਕੇ ਆਵਾਂਗੇ। ਅੱਜ ਦੇ ਦਿਨ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ, ਕੁਝ ਰੀਸੈਂਟ ਜਿਹੜੀਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਵੀ ਅਪਡੇਟਸ ਆਈਆਂ ਨੇ, ਉਹਨਾਂ ਰਿਗਾਰਡਿੰਗ ਵੀ ਤੁਹਾਡੇ ਨਾਲ ਜਿਹੜੀਆਂ ਨੇ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਕਿ ਸਟੂਡੈਂਟ ਵੀਜ਼ਾ ਜਿਹੜੀ ਇੱਕ ਗ੍ਰਾਂਟ ਜਿਹੜੀ ਦੱਸੀ ਹੈ ਕਿ ਸਟੂਡੈਂਟ ਵੀਜ਼ਾ ਫੀਸ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਉਹਨਾਂ ਵਾਸਤੇ ਜਿਨ੍ਹਾਂ ਦਾ COVID-19 ਕਰਕੇ ਜਿਹੜਾ ਵੀਜ਼ਾ ਕੁਝ ਉਹਦੇ ਵਿੱਚ ਡਿਸਟਰਪਸ਼ਨ ਆਈਆਂ ਸੀ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਹੋਵੇਗੀ TR ਦੇ ਵਾਸਤੇ ਵੀ ਕਿ TR ਦੇ ਵਾਸਤੇ ਆਇਲਸ ਦਾ ਐਗਜ਼ਾਮ ਇਸ ਵਕਤ ਦੇਣਾ ਜ਼ਰੂਰੀ ਹੈ ਜਾਂ ਫਿਰ ਨਹੀਂ। ਤੇ ਉਸ ਤੋਂ ਬਾਅਦ ਗਲੋਬਲ ਟੈਲੈਂਟ ਵੀਜ਼ਾ ਬਾਰੇ ਵੀ ਜਿਹੜੀ ਆ ਉਹ ਵੀ ਗੱਲਬਾਤ ਜਲਦ ਹੀ ਤੁਹਾਡੇ ਨਾਲ ਸ਼ੁਰੂ ਕਰਾਂਗੇ। ਬਾਂਸਲ ਇਮੀਗ੍ਰੇਸ਼ਨ ਤੋਂ ਹੋਣਗੇ ਸਾਡੇ ਨਾਲ ਅਜੇ ਬਾਂਸਲ ਜੀ ਤੇ ਉਹਨਾਂ ਨੂੰ ਜਲਦ ਹੀ ਆਪਾਂ ਔਨ 에ਅਰ ਲੈ ਕੇ ਆ ਰਹੇ ਹਾਂ। ਤੁਸੀਂ ਕਿਤੇ ਨਾ ਜਾਇਓ ਤੇ ਜੁੜੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਕਰਨਗੇ ਤੁਹਾਡੀ ਹਰ ਇੱਕ ਵੀਜ਼ਾ ਰਿਲੇਟਡ ਪ੍ਰੋਬਲਮ ਦਾ ਸੋਲੂਸ਼ਨ। ਕਾਲਜ ਐਡਮਿਸ਼ਨਸ, ਸਟੂਡੈਂਟ ਵੀਜ਼ਾਸ, ਕੋਰਸ ਚੇਂਜ, AAT ਅਪੀਲਸ, RSMS ਵੀਜ਼ਾਸ, US ਵਿਜ਼ਟਰ ਵੀਜ਼ਾ, ਕੈਨੇਡਾ ਇਮੀਗ੍ਰੇਸ਼ਨ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ। ਅੱਜ ਹੀ ਕਾਲ ਕਰੋ 0406 660 960 ਤੇ और visit Suite 701 Level 7 343 Little Collins Street, Melbourne। ईमेल करो अपनी क्वेरी info@bansalimmigration.com.au ਤੇ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਰੇਡੀਓ ਹਾਂਜੀ 1674 AM ਤੇ ਤੁਸੀਂ ਹਰ ਰੋਜ਼ ਬਹੁਤ ਸਾਰੇ ਪਿਆਰੇ ਪਿਆਰੇ ਪ੍ਰੋਗਰਾਮਸ, ਗਾਣੇ, ਨਿਊਜ਼ ਅਪਡੇਟਸ, ਇੰਟਰਵਿਊਜ਼ ਸੁਣਦੇ ਹੋ ਅਤੇ ਇਹਨਾਂ ਹੀ ਇੰਟਰਵਿਊਜ਼ ਨੂੰ ਦੁਬਾਰਾ ਸੁਣਨ ਵਾਸਤੇ ਜਾਂ ਫਿਰ ਲੇਟੈਸਟ ਨਿਊਜ਼ ਅਪਡੇਟਸ ਵਾਸਤੇ ਹੁਣ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ ਨਵਾਂ YouTube ਚੈਨਲ। YouTube ਦੇ ਉੱਤੇ ਸਰਚ ਕਰੋ ਹਾਂਜੀ TV। ਜੀ ਹਾਂ, ਹਾਂਜੀ ਸਪੇਸ TV HAANGI ਹਾਂਜੀ ਸਪੇਸ TV ਅਤੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਥੇ ਤੁਹਾਨੂੰ ਮਿਲ ਸਕਦੀਆਂ ਨੇ ਲੇਟੈਸਟ ਨਿਊਜ਼ ਅਪਡੇਟਸ, ਕਹਾਣੀਆਂ, ਬਹੁਤ ਹੀ ਕਮਾਲ ਦੀਆਂ ਇਨਫੋਰਮੇਟਿਵ ਇੰਟਰਵਿਊਜ਼ ਅਤੇ ਜ਼ਰੂਰ ਸਬਸਕ੍ਰਾਈਬ ਦੇ ਨਾਲ ਨਾਲ ਬੈਲ ਆਈਕਨ ਵੀ ਜ਼ਰੂਰ ਦਬਿਓ ਤਾਂ ਕਿ ਸਾਡੀਆਂ ਲੇਟੈਸਟ ਅਪਡੇਟਸ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ। ਬਸ ਫਿਰ ਸੁਣਦੇ ਰਹੋ ਰੇਡੀਓ ਹਾਂਜੀ ਨੂੰ ਅਤੇ ਦੇਖਦੇ ਰਹੋ YouTube ਦੇ ਉੱਤੇ ਹਾਂਜੀ TV। अगर आप में कोरोना वायरस के कोई भी लक्षण हैं तो ये महत्वपूर्ण है कि आप जांच करवाएं और घर पर रहें। लक्षणों में शामिल है बुखार, कपकपी या पसीना, खांसी, गला खराब, सांस लेने में तकलीफ, नाक बहना या गंध या स्वाद का एहसास ना होना। ये महामारी अभी खत्म नहीं हुई है तथा दूर दूर रहना हमें एक साथ रखता है। ये पता करने के लिए कि जांच कहां करवाई जा सकती है, coronavirus.vic.gov.au/hindi पर जाएं। Authorised by the Victorian Government। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ। ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਕਰਨਗੇ ਤੁਹਾਡੀ ਹਰ ਇੱਕ ਵੀਜ਼ਾ ਰਿਲੇਟਡ ਪ੍ਰੋਬਲਮ ਦਾ ਸੋਲੂਸ਼ਨ। ਕਾਲਜ ਐਡਮਿਸ਼ਨਸ, ਸਟੂਡੈਂਟ ਵੀਜ਼ਾਸ, ਕੋਰਸ ਚੇਂਜ, AAT ਅਪੀਲਸ, RSMS ਵੀਜ਼ਾਸ, US ਵਿਜ਼ਟਰ ਵੀਜ਼ਾ, ਕੈਨੇਡਾ ਇਮੀਗ੍ਰੇਸ਼ਨ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ। ਅੱਜ ਹੀ ਕਾਲ ਕਰੋ 0406 660 960 ਤੇ और visit Suite 701 Level 7 343 Little Collins Street, Melbourne। ईमेल करो अपनी क्वेरी info@bansalimmigration.com.au ਤੇ। ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਰੇਡੀਓ ਹਾਂਜੀ 1674 AM ਦੇ ਇਮੀ ਟਾਕ ਦੇ ਵਿੱਚ। ਇਮੀ ਟਾਕ ਵਿਦ ਅਜੇ ਬਾਂਸਲ ਫਰਮ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਅਜੇ ਬਾਂਸਲ ਜੀ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਵਰਚੁਅਲੀ ਤੇ ਉਹਨਾਂ ਨੂੰ ਆਨਰ ਕਰਦੇ ਆ, ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਰੇਡੀਓ ਹਾਂਜੀ ਦੇ ਉੱਤੇ 1674 AM ਤੇ ਤੁਸੀਂ ਇਸ ਵਕਤ ਇਸ ਸ਼ੋਅ ਦਾ ਲਾਈਵ ਬ੍ਰਾਡਕਾਸਟ ਸੁਣ ਰਹੇ ਹੋ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਸਾਡੇ ਫੇਸਬੁੱਕ ਪੇਜ ਦੇ ਉੱਤੇ ਰੇਡੀਓ ਹਾਂਜੀ RADIO ਸਪੇਸ HAANGI ਰੇਡੀਓ ਹਾਂਜੀ ਦੇ ਉੱਤੇ ਵੀ ਤੁਸੀਂ ਸੁਣ ਰਹੇ ਹੋ। ਆਪਣੇ ਤੁਸੀਂ ਵੀ ਸਵਾਲ ਕੁਝ ਭੇਜ ਸਕਦੇ ਹੋ ਅਗਰ ਤੁਹਾਡੇ ਕੋਲ ਵੀ ਨੇ ਕੋਈ ਕੁਐਰੀਜ਼
ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੇ ਕੁਝ ਖਾਸ ਜਾਣਕਾਰੀਆਂ ਬਾਂਸਲ ਜੀ ਵੀ ਸਾਡੇ ਨਾਲ ਲੈ ਕੇ ਆਏ ਨੇ ਤੇ ਕਰਦੇ ਆ ਅਜੇ ਬਾਂਸਲ ਜੀ ਦਾ ਸਵਾਗਤ ਇਸ ਲਾਈਵ ਇਮੀਗ੍ਰੇਸ਼ਨ ਸੈਸ਼ਨ ਦੇ ਵਿੱਚ। ਜੀ ਬਾਂਸਲ ਜੀ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 ਦੇ ਇਸ ਇਮੀ ਟਾਕ ਦੇ ਵਿੱਚ। ਥੈਂਕ ਯੂ ਬਨੀਤ ਜੀ, ਥੈਂਕ ਯੂ ਜੀ ਸਾਰੇ ਸਰੋਤਿਆਂ ਦਾ ਜੀ। ਤੇ ਬਾਂਸਲ ਜੀ ਬਨੀਤ ਜੀ, ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਇਸ ਹਫਤੇ ਦੀਆਂ ਕੁਝ ਖਾਸ ਅਪਡੇਟਸ ਦੇ ਵਿੱਚ। ਆਈ ਥਿੰਕ ਸਟੂਡੈਂਟ ਵੀਜ਼ਾ ਫੀਸ ਨੂੰ ਲੈ ਕੇ ਵੀ ਇੱਕ ਅਪਡੇਟ ਆਈ ਸੀ, ਉਸ ਤੋਂ ਬਾਅਦ ਪੀਆਰ ਨੂੰ ਲੈ ਕੇ ਵੀ, ਤੇ ਉਹ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸਰੋਤਿਆਂ ਨੂੰ, ਸਾਡੇ ਵਿਊਅਰਸ ਨੂੰ ਜ਼ਰੂਰ ਦੱਸੋ। ਹਾਂਜੀ ਸਰ ਜੀ, ਸਭ ਤੋਂ ਪਹਿਲੀ ਗੱਲ ਜੀ ਜਿਹੜੀ ਆਪਾਂ ਪਹਿਲਾਂ ਵੀ ਦੱਸੀ ਸੀ ਕਿ ਵੀ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਨੇ 5 ਨਵੀਆਂ ਅਨਾਉਂਸ ਕੀਤੀਆਂ ਸੀ, ਉਹਨਾਂ ਵਿੱਚੋਂ ਉਹਨਾਂ ਨੇ ਇੰਪਲੀਮੈਂਟ ਕਰ ਦਿੱਤੀਆਂ ਨੇ ਜਿਹੜੀ ਸੀ ਸਟੂਡੈਂਟ ਵੀਜ਼ਾ ਫੀਸ ਮਾਫ। ਸਟੂਡੈਂਟ ਵੀਜ਼ਾ ਫੀਸ ਮਾਫ ਇਹਨਾਂ ਨੇ ਪ੍ਰੋਪਰ ਲੈਜਿਸਲੇਟਿਵ ਫਰੇਮਵਰਕ ਲੈ ਆਂਦਾ ਜੀ। ਉਹਦੇ ਵਿੱਚ ਇਹ ਹੈ ਵੀ ਜੇ ਤੁਹਾਡੀ ਪੜ੍ਹਾਈ COVID-19 ਕਰਕੇ ਡਿਸਟਰਪਟ ਹੋਈ ਹੈ, ਡੈਫਰ ਹੋਈ ਆ, ਕੈਂਸਲ ਕੁਝ ਵੀ ਹੋਇਆ ਤੇ ਤੁਹਾਨੂੰ ਉਹਦੇ ਕਰਕੇ ਸਟੂਡੈਂਟ ਵੀਜ਼ਾ ਵਧਾਉਣਾ ਪੈ ਰਿਹਾ ਜੀ, ਤਾਂ ਤੁਹਾਨੂੰ ਵੀਜ਼ਾ ਫੀਸ ਨਹੀਂ ਲੱਗੇਗੀ। ਜਿਹੜੀ $630 ਜਿਹੜੀ ਫੀਸ ਲੱਗਦੀ ਹੈ ਸਟੂਡੈਂਟ ਵੀਜ਼ਾ ਫੀਸ, ਉਹ ਮਾਫ ਹੋ ਜਾਣੀ ਹੈ ਜੀ। ਉਹਦੇ ਲਈ ਫਾਰਮ ਹੈ ਜੀ 1545 ਜਿਹੜਾ ਕਿ ਤੁਹਾਡਾ ਐਜੂਕੇਸ਼ਨ ਪ੍ਰੋਵਾਈਡਰ ਭਰ ਕੇ ਦਊਗਾ ਜੀ। ਜੇ ਉਹ ਭਰ ਕੇ ਸਾਈਨ ਕਰ ਦਿੰਦਾ, ਤੁਸੀਂ ਉਹ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਦਿਓ ਜੀ ਤੇ ਉਹ ਅਪਲਾਈ ਕਰਨਗੇ ਤੇ ਤੁਹਾਡੀ ਵੀਜ਼ਾ ਫੀਸ ਜਿਹੜੀ ਡਿਪਾਰਟਮੈਂਟ ਦੀ ਫੀਸ ਆ ਜੀ ਉਹ ਮਾਫ ਹੋ ਜੂਗੀ ਜੀ। ਤੇ ਸਰ ਦੂਸਰੀ ਵੱਡੀ ਚੀਜ਼ ਹੈ ਜੀ 485 ਵੀਜ਼ੇ ਲਈ ਜੀ। 485 ਵੀਜ਼ੇ ਦੀ ਦੇਖੋ ਜੀ, ਸਾਰਿਆਂ ਨੂੰ ਪਤਾ ਹੈ ਐਟ ਦਾ ਟਾਈਮ ਆਫ ਐਪਲੀਕੇਸ਼ਨ ਰਿਕੁਆਇਰਮੈਂਟ ਹੈ ਜੀ ਇੰਗਲਿਸ਼ ਦਾ ਟੈਸਟ ਦਿੱਤਾ ਹੋਣਾ ਚਾਹੀਦਾ ਜੀ, ਤੇ ਤੁਹਾਡੇ ਓਵਰਆਲ 6 ਬੈਂਡ ਹੋਣੇ ਚਾਹੀਦੇ ਨੇ, 5 ਤੋਂ ਘੱਟ ਨਹੀਂ ਹੋਣੇ ਚਾਹੀਦੇ। ਬਟ ਕਿਉਂਕਿ ਹੁਣ ਸਟੇਜ 4 ਲੱਗ ਚੁੱਕੀ ਹੈ ਜੀ ਤੇ ਆਈਲੈਟ ਸੈਂਟਰ ਬਹੁਤ ਥਾਂ ਤੇ ਬੰਦ ਹੋ ਚੁੱਕੇ ਨੇ, ਪੀਟੀ ਦੇ ਟੈਸਟ ਕੈਂਸਲ ਹੋ ਰਹੇ ਨੇ ਜੀ, ਤਾਂ ਬਹੁਤੇ ਸਟੂਡੈਂਟ ਨੇ ਜਿਹੜੇ ਉਹ ਨਹੀਂ ਦੇ ਪਾ ਰਹੇ। ਉਹਦੇ ਪਿੱਛੇ ਡਿਪਾਰਟਮੈਂਟ ਨੂੰ ਅਸੀਂ ਮੇਲ ਪਾਈ ਸੀ ਤੇ ਉਹਨਾਂ ਨੇ ਕਨਫਰਮ ਕੀਤਾ ਕਿ ਵੀ ਜੇ ਤੁਸੀਂ ਸਾਨੂੰ ਪ੍ਰੂਫ ਦੇ ਦਿਓ ਕਿ ਤੁਹਾਡਾ ਟੈਸਟ ਬੁੱਕ ਸੀ ਤੇ ਕੈਂਸਲ ਹੋ ਗਿਆ ਸੀਗਾ ਤੇ ਨਵੀਂ ਬੁਕਿੰਗ ਤੁਹਾਡੇ ਕੋਲ ਅਵੇਲੇਬਲ ਹੈ, ਤਾਂ ਤੁਹਾਨੂੰ ਐਟ ਦਾ ਟਾਈਮ ਆਫ ਐਪਲੀਕੇਸ਼ਨ ਉਹ ਇਨਫੋਰਮੇਸ਼ਨ ਦੇਣ ਦੀ ਲੋੜ ਨਹੀਂ ਹੈਗੀ। ਪਰ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹੂੰਗਾ ਜੀ, ਸਾਨੂੰ ਇੱਕ ਸਟੈਂਡ ਅਲੋਨ ਈਮੇਲ ਹੀ ਆਈ ਹੈ ਤੇ ਇੱਕ ਇਹਨਾਂ ਨੇ ਕੋਈ ਹਜੇ ਤੱਕ ਪ੍ਰੋਪਰ ਪਾਲਿਸੀ ਜਾਂ ਫਰੇਮਵਰਕ ਨਹੀਂ ਕੱਢਿਆ, ਪਰ ਜਲਦ ਉਮੀਦ ਹੈ ਜਲਦ ਹੀ ਕੱਢ ਦੇਣਗੇ। ਤਾਂ ਜੇ ਥੋੜਾ ਆਪਣਾ ਟਾਈਮ ਹੈਗਾ ਤਾਂ ਥੋੜੇ ਦਿਨ, ਹਫ਼ਤਾ 10 ਦਿਨ ਵੇਟ ਕਰ ਲਓ, ਹੋਪਫੁਲੀ ਉਹ ਪ੍ਰੋਪਰ ਫਾਰਮੈਟ ਦੇ ਵਿੱਚ ਆ ਜੂਗੀ ਤੇ ਅਸੀਂ ਆਪਣੇ ਸਰੋਤਿਆਂ ਨੂੰ ਉਹਦੇ ਬਾਰੇ ਵੀ ਦੱਸ ਦਾਂਗੇ। ਜੀ ਅਜੇ ਜੀ, ਇੱਕ ਸਵਾਲ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਿ ਸਟੂਡੈਂਟ ਵੀਜ਼ਾ ਜਿਨ੍ਹਾਂ ਨੇ ਨਵਾਂ ਇਸ ਵਾਰ ਪਾਉਣਾ ਹੈ ਜਾਂ ਜਿਹੜੇ ਟੀਆਰ ਤੇ ਸੀ ਉਹਨਾਂ ਲਈ ਤਾਂ ਨਹੀਂ ਨਾ ਇਹ ਵੀਜ਼ਾ ਫੀਸ? ਨਹੀਂ ਜੀ, ਉਹਨਾਂ ਲਈ ਬਿਲਕੁਲ ਵੀ ਨਹੀਂ ਹੈਗਾ ਜੀ, ਉਹਨਾਂ ਲਈ ਨਾਰਮਲ ਫੀਸ ਹੀ ਲੱਗਣੀ ਹੈ ਜੀ। ਅੱਛਾ, ਜਿਹੜੇ ਸਟੂਡੈਂਟ ਵੀਜ਼ਾ ਚ ਐਕਚੁਅਲੀ ਸੀ ਹੁਣ ਜਿਹੜੇ ਐਨਰੋਲਡ ਸੀ ਪਹਿਲਾਂ ਹੀ, ਤੇ ਉਹਨਾਂ ਨੇ ਜੋ ਦੁਬਾਰਾ ਹੁਣ ਵੀਜ਼ਾ ਅਪਲਾਈ ਕਰਨਾ ਤੇ ਉਹਨਾਂ ਵਾਸਤੇ ਆ ਜਿਹੜੀ ਫੀਸ ਅਗਰ ਕੋਵਿਡ ਕਰਕੇ ਇਫੈਕਟ ਹੋਇਆ ਉਹਨਾਂ ਦਾ ਵੀਜ਼ਾ। ਹਾਂਜੀ ਸਰ, ਇਹ ਪਲੀਜ਼ ਇਹਦੇ ਵਿੱਚ ਇਹਨਾਂ ਨੇ ਬਹੁਤ ਹੀ ਸਪੈਸੀਫਿਕਲੀ ਕਿਹਾ ਵੀ ਥੋੜੀ ਕੋਵਿਡ ਕਰਕੇ ਡਿਸਟਰਪਟ ਹੋਣੀ ਚਾਹੀਦੀ ਹੈ ਪੜ੍ਹਾਈ, ਡੈਫਰ ਹੋਣੀ ਚਾਹੀਦੀ ਹੈ, ਤੇ ਤੁਹਾਡੇ ਐਜੂਕੇਸ਼ਨ ਪ੍ਰੋਵਾਈਡਰ ਨੂੰ ਉਹ ਚੀਜ਼ ਲਿਖ ਕੇ ਦੇਣੀ ਪੈਣੀ ਹੈ ਜੀ। ਉਹ 1545 ਨੰਬਰ ਫਾਰਮ ਹੈ ਜੀ, 1545 ਫਾਰਮ ਹੈ ਜੀ, ਉਹ ਭਰ ਕੇ ਜਦੋਂ ਸਾਈਨ ਕਰਨਗੇ ਜੀ ਉਦੋਂ ਬਾਅਦ ਹੀ ਮਾਫ ਹੋਊਗੀ ਜੀ। ਤਾਂ ਟੀਆਰ ਤੋਂ ਬਾਅਦ ਵਾਲੇ ਲਈ ਉਹ ਚਾਂਸ ਨਹੀਂ ਹੈਗਾ ਜੀ, ਉਹਨਾਂ ਨੂੰ ਪੂਰੀ ਫੀਸ ਹੀ ਦੇਣੀ ਪੈਣੀ ਜੀ। ਤਾਂ ਮੈਂ ਚਾਹਾਂਗਾ ਅਗਰ ਤੁਹਾਨੂੰ ਵੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇਸ ਰਿਗਾਰਡਿੰਗ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਸਕਦੇ ਹੋ। ਉਹਨਾਂ ਨੇ ਵੀ 2 ਦਿਨ ਪਹਿਲਾਂ ਜਿਹੜਾ ਫਾਰਮ ਵੀ ਅਪਲੋਡ ਕੀਤਾ ਸੀ ਤੇ ਸਾਰੀਆਂ ਡਿਟੇਲਸ ਵੀ ਉੱਥੇ ਪਾਈਆਂ ਸੀ, ਤੇ ਇਹਨਾਂ ਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ। ਫਿਰ ਇਹਨਾਂ ਦੇ ਨੰਬਰ ਵੀ ਉੱਥੇ ਦਿੱਤੇ ਗਏ ਨੇ ਤੇ ਇਹਨਾਂ ਦੀ ਵੈਬਸਾਈਟ ਤਾਂ ਤੁਸੀਂ ਲਾਈਵ ਦੇਖ ਹੀ ਰਹੇ ਹੋ ਨੀਚੇ bansalimmigration.com.au ਦੇ ਉੱਤੇ ਤੁਸੀਂ ਜਾ ਸਕਦੇ ਹੋ। ਤੇ ਅਜੇ ਜੀ, ਅੱਜ ਦੇ ਦਿਨ ਖਾਸ ਕਰਕੇ ਕੁਝ ਹੋਰ ਜਿਹੜੀਆਂ ਜਾਣਕਾਰੀਆਂ ਨੇ ਕਿਹੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਸਰੋਤਿਆਂ ਵਾਸਤੇ? ਕੋਈ ਨਵਾਂ ਕੋਈ ਚੀਜ਼ ਇਮੀਗ੍ਰੇਸ਼ਨ ਦੇ ਬਾਰੇ? ਹਾਂਜੀ ਪਨੀਤ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਅੱਜ ਆਪਾਂ ਗੱਲ ਕਰਾਂਗੇ GTI ਪ੍ਰੋਗਰਾਮ, ਗਲੋਬਲ ਟੈਲੈਂਟ ਇੰਡੀਪੈਂਡੈਂਟ ਪ੍ਰੋਗਰਾਮ ਦੀ। ਇਹਦੇ ਬਾਰੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਪਤਾ ਜੀ, ਤਾਂ ਮੈਂ ਸੋਚਿਆ ਚਲੋ ਇਹਦੇ ਬਾਰੇ ਵੀ ਦੱਸਿਆ ਜਾਵੇ। ਇਹ ਆਸਟ੍ਰੇਲੀਆ ਜਿਹੜਾ ਇਹ ਇੱਕ ਨਾਰਮਲ ਜਨਰਲ ਸਕਿੱਲ ਮਾਈਗ੍ਰੇਸ਼ਨ ਪ੍ਰੋਗਰਾਮ ਤੋਂ ਬਿਲਕੁਲ ਹੀ ਅੱਡ ਪ੍ਰੋਗਰਾਮ ਆ ਜੀ। ਇਹਦੇ ਅੰਦਰ ਵੀਜ਼ਾ ਕੈਟਾਗਰੀ ਆਉਂਦੀਆਂ ਨੇ 3 ਜੀ। ਡਿਸਟਿੰਗੁਇਸ਼ਡ ਟੈਲੈਂਟ ਵੀਜ਼ਾ ਦੀਆਂ ਦੋ ਸਬ ਕਲਾਸਾਂ ਨੇ ਜੀ, 1 to 4 ਜਿਹੜੀ ਆਫਸ਼ੋਰ ਵੀਜ਼ੇ ਲਈ ਹੈ, 858 ਜਿਹੜੀ ਔਨਸ਼ੋਰ ਵੀਜ਼ੇ ਲਈ ਹੈ, ਤੇ ਸਾਊਥ ਆਸਟ੍ਰੇਲੀਆ ਦੀ ਇੰਡੀਪੈਂਡੈਂਟ ਉਹਨੇ ਕੱਢੀ ਹੈ 408 ਜੀ। ਤੇ ਉਹਦੇ ਬਾਰੇ ਫਿਰ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ ਵੀ ਇਹ ਕੀ ਪ੍ਰੋਗਰਾਮ ਆ ਤੇ ਤੁਸੀਂ ਇਹਨੂੰ ਕਿਵੇਂ, ਕੀ ਇਹਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਜੀ, ਤੇ ਤੁਸੀਂ ਇਹਨੂੰ ਕਿਵੇਂ ਐਕਸੈਸ ਕਰ ਸਕਦੇ ਹੋ ਜੀ। ਓਕੇ ਜੀ, ਤੇ ਸਭ ਤੋਂ ਪਹਿਲਾਂ ਫਿਰ ਇਹੀ ਸਵਾਲ ਹੁੰਦਾ ਕਿ ਵਾਟ ਇਜ਼ GTI ਔਰ ਗਲੋਬਲ ਟੈਲੈਂਟ ਵੀਜ਼ਾ ਜਾਂ ਫਿਰ ਗਲੋਬਲ ਟੈਲੈਂਟ ਇੰਡੀਪੈਂਡੈਂਟ ਜਿਹੜਾ ਵੀਜ਼ਾ ਹੈ, ਇਹ ਕੀ ਹੈ? ਹਾਂਜੀ ਸਰ, ਪਹਿਲਾਂ ਗਲੋਬਲ ਟੈਲੈਂਟ ਪ੍ਰੋਗਰਾਮ ਕੀ ਹੈ ਜੀ? ਪ੍ਰੋਗਰਾਮ ਇਹ ਹੈ ਜੀ ਵੀ ਜਿਹੜੀ ਆਸਟ੍ਰੇਲੀਆ ਗਵਰਨਮੈਂਟ ਕਹਿ ਰਹੀ ਹੈ ਵੀ ਜਿਹੜੇ ਐਂਟਰਪ੍ਰੀਨਰਸ ਨੇ, ਠੀਕ ਹੈ ਜੀ, ਜਿਹੜੇ ਵੀ ਕੋਈ ਜਿਹੜੇ ਹਾਈ ਅਚੀਵਰਸ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕਿਤੇ ਨਾ ਕਿਤੇ ਇਨੋਵੇਸ਼ਨ ਦੀ ਘਾਟ ਆ ਜੀ, ਤਾਂ ਇਹਨਾਂ ਨੇ ਇਹ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਵੀ ਜਿਹੜੇ ਹਾਈ ਅਚੀਵਰਸ ਨੇ, ਜਿਨ੍ਹਾਂ ਕੋਲ ਵਧੀਆ ਆਈਡੀਆਜ਼ ਨੇ, ਉਹ ਆਸਟ੍ਰੇਲੀਆ ਦੇ ਵਿੱਚ ਆ ਜਾਣ। ਉਹਨਾਂ ਨੂੰ ਇਹ ਆਉਂਦੇ ਸਾਰੀ PR ਦੇਣਗੇ ਜੀ,
ਫਾਸਟਰ ਪ੍ਰੋਸੈਸਿੰਗ ਦੇਣਗੇ, ਮੈਡੀਕੇਅਰ ਦੇਣਗੇ ਤੇ ਆਪਣੀ ਸਾਰੀ ਫੈਮਿਲੀ ਲੈ ਕੇ ਆ ਸਕਦੇ ਨੇ। ਇਟਸ ਲਾਈਕ ਅ ਫੁੱਲ ਔਨ ਪੀਆਰ ਮਤਲਬ ਕਿ ਵੀ। ਓਕੇ ਤੇ ਟਾਈਮ ਫਰੇਮ ਆਪਾਂ ਗੱਲ ਕਰ ਰਹੇ ਹਾਂ 2 ਦਿਨ ਤੋਂ 2 ਮਹੀਨੇ ਦੇ ਵਿੱਚ। ਓਕੇ ਹਾਂਜੀ, ਇਹ ਬਹੁਤ ਹੀ ਵਧੀਆ ਚੀਜ਼ ਹੈ। ਪਰ ਇਹਦੀਆਂ ਜਿਵੇਂ ਕਿ ਕੁਝ ਪ੍ਰੀ ਰਿਕੁਇਜ਼ਿਟ ਨੇ ਜੀ, ਜਿਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ। ਇਹਦੇ ਵਿੱਚ 3 ਸਟਰੀਮ ਨੇ ਜੀ। GTI ਗਲੋਬਲ ਟੈਲੈਂਟ ਇੰਡੀਪੈਂਡੈਂਟ ਪ੍ਰੋਗਰਾਮ, ਠੀਕ ਹੈ ਜੀ, ਜਿਹਦੇ ਵਿੱਚ ਤੁਸੀਂ ਇੰਡੀਪੈਂਡੈਂਟ ਆਪਣੇ ਬੇਸ ਤੇ ਵੀਜ਼ਾ ਪਾ ਸਕਦੇ ਹੋ। ਇਹਦੇ ਲਈ ਪਰ ਤੁਹਾਨੂੰ ਨੋਮੀਨੇਟਰ ਚਾਹੀਦਾ ਜੀ, ਸਪਾਂਸਰ ਨਹੀਂ ਚਾਹੀਦਾ। ਦਿਸ ਅ ਬਿਗ ਡਿਫਰੈਂਸ ਬਿਟਵੀਨ ਸਪਾਂਸਰ ਐਂਡ ਨੋਮੀਨੇਟਰ, ਠੀਕ ਹੈ ਜੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਬਿਲਕੁਲ ਦੂਸਰਾ ਹੈਗਾ ਜੀ GTI ਐਮਪਲੋਇਰ ਸਪਾਂਸਰ, GTES ਗਲੋਬਲ ਟੈਲੈਂਟ ਐਮਪਲੋਇਰ ਸਪਾਂਸਰ ਵੀਜ਼ਾ। ਇਹਦੇ ਵਿੱਚ ਇਹ ਪ੍ਰੋਪਰ ਜਿਵੇਂ ਆਪਣਾ TSS ਵੀਜ਼ਾ 482 ਵੀਜ਼ਾ ਜੀ, ਉਹਦਾ ਹੀ ਪਾਸਵੇ ਕੱਢਿਆ ਇਹਨਾਂ ਨੇ ਜੀ। ਤੇ ਜਿਹੜੇ ਬੰਦੇ ਆਪਣਾ ਜਿਹੜੀ ਕੰਪਨੀਜ਼ ਮਤਲਬ ਕਿ ਸਪੈਸ਼ਲੀ ਕਿਸੇ ਬੰਦੇ ਨੂੰ ਸਪਾਂਸਰ ਨਹੀਂ ਕਰ ਸਕਦੀਆਂ ਥਰੂ ਐਗਜ਼ਿਸਟਿੰਗ TSS ਸ਼ਾਰਟ ਟਰਮ ਤੇ ਮੀਡੀਅਮ ਟਰਮ ਸਟਰੀਮ ਦੇ ਅੰਡਰ, ਉਹ ਇਸ ਨੂੰ ਐਸੈਸ ਕਰ ਸਕਦੀਆਂ ਨੇ। ਇਹਦੀ ਰਿਕੁਆਇਰਮੈਂਟ ਲਿਟਲ ਬਿਟ ਐਸ ਵੈਲ ਕਿ ਹਾਇਰ ਹੈ ਜੀ, ਬਟ ਇਟ ਆਲਵੇਜ਼ ਲੀਡ ਟੂ PR ਤੇ ਫਾਸਟਰ ਪ੍ਰੋਸੈਸਿੰਗ। ਸੋ ਤੀਸਰਾ ਹੈਗਾ ਜੀ ਸੀਸਾ ਸਪੋਰਟਿੰਗ ਇਨੋਵੇਸ਼ਨ ਇਨ ਸਾਊਥ ਆਸਟ੍ਰੇਲੀਆ। ਇਹ ਇੱਕ 408 ਵੀਜ਼ਾ ਜੀ, ਓਨਲੀ ਪਾਰਟਿਕੂਲਰ ਮਤਲਬ ਕਿ ਓਨਲੀ ਟੂ ਰਿਲੇਟਡ ਟੂ ਸਾਊਥ ਆਸਟ੍ਰੇਲੀਆ। ਤੇ ਜਿਹੜੇ ਸਾਊਥ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ, ਜਿਹੜੇ ਆਉਣਾ ਚਾਹੁੰਦੇ ਨੇ ਤੇ ਉਹਨਾਂ ਕੋਲ ਐਂਟਰਪ੍ਰੀਨਰੀਅਲ ਆਈਡੀਆਜ਼ ਹੈਗੇ ਨੇ, ਇਹ ਵੀਜ਼ਾ ਉਹਨਾਂ ਲਈ ਹੈ ਜੀ। ਇਹ 408 ਵੀਜ਼ਾ ਇਹ PR ਨੂੰ ਲੀਡ ਨਹੀਂ ਕਰਦਾ ਜੀ। ਓਕੇ ਹਾਂਜੀ, ਤੇ ਇਹ ਜਿਹੜਾ GTI ਪ੍ਰੋਗਰਾਮ ਹੈ ਸਰ, ਇਹ ਹਰ ਇੱਕ ਸੈਕਟਰ ਲਈ ਨਹੀਂ ਹੈਗਾ। ਤਾਂ ਆਸਟ੍ਰੇਲੀਅਨ ਗਵਰਨਮੈਂਟ ਨੇ 7 ਕੀ ਸੈਕਟਰ ਡਿਫਾਈਨ ਕੀਤੇ ਨੇ, ਜਿਨ੍ਹਾਂ ਵਿੱਚ ਥੋੜੀ ਸਕਿੱਲ ਹੋਣੀ ਚਾਹੀਦੀ ਆ, ਜਿਹਦੇ ਬੇਸ ਤੇ ਤੁਸੀਂ ਉਰੇ ਆ ਸਕਦੇ ਹੋ ਜੀ। ਹਾਂਜੀ, ਤੇ ਇਹਦੇ ਵਾਸਤੇ ਜਿਹੜੇ ਕੀ ਚਾਹੀਦੀ? ਬਿਲਕੁਲ ਬਿਲਕੁਲ ਜੀ। ਹਾਂਜੀ, ਉਹ ਸਰ 7 ਸੈਕਟਰ ਨੇ ਜੀ। ਐਗਰੀਕਲਚਰ ਟੈਕਨੋਲੋਜੀ, ਸਪੇਸ ਐਂਡ ਐਡਵਾਂਸ ਮੈਨੂਫੈਕਚਰਿੰਗ, ਫਾਈਨੈਂਸ਼ੀਅਲ ਟੈਕਨੋਲੋਜੀ, ਇੰਜੀਨੀਅਰ ਐਂਡ ਮਾਈਨਿੰਗ ਟੈਕਨੋਲੋਜੀ, ਮੈਡੀਕਲ ਟੈਕਨੋਲੋਜੀ, ਸਾਈਬਰ ਸਿਕਿਉਰਿਟੀ, ਕੁਆਂਟਮ ਇੰਫੋਰਮੇਸ਼ਨ, ਐਡਵਾਂਸ ਡਿਜੀਟਲ ਐਂਡ ICT ਇੰਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ। ਇਹ 7 ਕੀ ਫੈਕਟਰ ਨੇ ਜੀ, ਜਿਹਦੇ ਟੈਕਨੋਲੋਜੀਜ਼ ਨੇ, ਜਿਹਦੇ ਵਿੱਚ ਜੇ ਤੁਸੀਂ ਪੜ੍ਹਾਈ ਕੀਤੀ ਆ ਜਾਂ ਤੁਸੀਂ ਕੰਮ ਕੀਤਾ ਐਂਡ ਯੂ ਕੰਸੀਡਰ ਯੋਰਸੈਲਫ ਟੂ ਹਾਈ ਅਚੀਵਰ, ਤਾਂ ਤੁਸੀਂ ਇਹਦੇ ਵਿੱਚ ਅੰਡਰ GTI ਪ੍ਰੋਗਰਾਮ ਆ ਸਕਦੇ ਹੋ ਜੀ। ਇਹਦੇ ਵਿੱਚ ਪਹਿਲੀ ਪ੍ਰੀ ਰਿਕੁਇਜ਼ਿਟ ਹੈ ਜੀ ਕਿ ਜਿਹੜੀ ਤੁਹਾਡੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਫੇਅਰ ਵਰਕ ਥ੍ਰੈਸ਼ਹੋਲਡ, ਹਾਈ ਇਨਕਮ ਥ੍ਰੈਸ਼ਹੋਲਡ ਤੋਂ ਦੇ ਜਿੰਨੀ ਜਾਂ ਉਦੋਂ ਵੱਧ ਇਨਕਮ ਕਮਾ ਸਕਦੇ ਹੋ। ਇਸ ਸਾਲ ਦਾ ਹੈਗਾ ਜੀ 1,53,600, 150,600। ਇਹ ਥ੍ਰੈਸ਼ਹੋਲਡ ਹੈ ਜੀ। ਜੇ ਤੁਸੀਂ ਇਹ ਤੋਂ ਵੱਧ ਲੈ ਸਕਦੇ ਹੋ ਜੀ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਇਹਨੂੰ ਪ੍ਰੂਵ ਕਰਨ ਲਈ ਤੁਸੀਂ ਆਪਣਾ ਕੰਟਰੈਕਟ ਦੇ ਸਕਦੇ ਹੋ। ਜੇ ਤੁਸੀਂ ਆਲਰੇਡੀ ਲੈ ਰਹੇ ਹੋ ਤਾਂ ਪੇ ਸਲਿਪ ਦੇ ਸਕਦੇ ਹੋ, ਜਾਂ ਤੁਹਾਡੇ ਕੋਲ ਜੇ ਸਿਰਫ ਆਫਰ ਲੈਟਰ ਵੀ ਹੈਗਾ ਜੀ, ਫਿਰ ਵੀ ਤੁਸੀਂ ਇਹਦੇ ਲਈ ਐਲੀਜੀਬਲ ਮੰਨੇ ਜਾਓਗੇ। ਅਲਟਰਨੇਟਿਵਲੀ ਜੇ ਤੁਹਾਡੇ ਕੋਲ ਦੋਨੇ ਚੀਜ਼ਾਂ ਨਹੀਂ ਹੈਗੀਆਂ ਜੀ, ਤਾਂ ਤੁਸੀਂ ਪਿਛਲੇ 3 ਸਾਲ ਦੇ ਵਿੱਚ PhD ਕੀਤੀ ਹੈ ਜੀ, ਅਬਵ ਜਿਹੜੀ ਆਪਾਂ ਫੀਲਡ ਦੀ ਗੱਲ ਕੀਤੀ ਉਹਦੇ ਵਿੱਚ, ਜਾਂ ਮਾਸਟਰਸ ਕੀਤੀ ਹੈ, ਤਾਂ ਵੀ ਤੁਸੀਂ ਇਹਦੇ ਵਿੱਚ ਐਲੀਜੀਬਲ ਹੋ ਸਕਦੇ ਹੋ। ਓਕੇ, ਤੇ ਇਹ ਗਲੋਬਲ ਟੈਲੈਂਟ ਇੰਡੀਪੈਂਡੈਂਟ ਜਿਹੜਾ ਵੀਜ਼ਾ ਹੈ, ਉਹਦੇ ਵਿੱਚ ਅਗਰ ਕਿਸੇ ਨੇ ਵੀ ਨਾ 7 ਸੈਕਟਰਸ ਦੇ ਵਿੱਚੋਂ ਮਾਸਟਰਸ ਕੀਤੀ ਹੈ, PhD ਕੀਤੀ ਹੈ, ਤੇ ਹਾਂਜੀ ਸਰ ਹੋ ਸਕਦੇ ਨੇ। ਤੇ ਅਗਰ ਕਿਸੇ ਨੇ ਮਾਸਟਰ ਜਾਂ ਉਹ ਨਹੀਂ ਕੀਤੀ ਪਰ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਕੋਲ ਇਨਕਮ ਹੈ ਉਨੀ ਜ਼ਿਆਦਾ, ਤੇ ਹਾਂਜੀ ਬਿਲਕੁਲ। ਜੇ ਤੁਸੀਂ ਹਾਂਜੀ ਉਹੀ ਪੁਨੀਤ ਜੀ ਅਗਲਾ ਚੀਜ਼ ਜਿਹੜੀ, ਕਿਉਂਕਿ ਹੁਣ ਇਹ ਚੀਜ਼ਾਂ ਨੂੰ ਲਈ ਆਪਾਂ ਨੂੰ ਨੋਮੀਨੇਟਰ ਚਾਹੀਦਾ ਜੀ ਪ੍ਰੂਫ ਕਰਨ ਲਈ। ਓਕੇ, ਤਾਂ ਤੁਹਾਨੂੰ ਇੱਕ ਨੈਸ਼ਨਲ ਰੈਪੂਟੇਸ਼ਨ ਵਾਲਾ, ਮਤਲਬ ਜਿਹਦੀ ਆਸਟ੍ਰੇਲੀਆ ਲੈਵਲ ਦੇ ਉੱਤੇ ਰੈਪੂਟੇਸ਼ਨ ਹੋਵੇ, ਬਲਕਿ ਆਸਟ੍ਰੇਲੀਆ ਲੈਵਲ ਦੇ ਕੋਈ ਕੰਪਨੀ ਹੋਵੇ, ਉਹ ਤੁਹਾਨੂੰ ਨੋਮੀਨੇਟ ਕਰੂਗੀ ਜੀ। ਜੀ ਸਪਾਂਸਰ ਨਹੀਂ ਕਰੂਗੀ ਜੀ, ਨੋਮੀਨੇਟ ਕਰੂਗੀ ਜੀ। ਓਕੇ, ਮਤਲਬ ਉਹਨਾਂ ਕੋਲੋਂ ਤੁਸੀਂ ਨੋਮੀਨੇਸ਼ਨ ਲੈ ਸਕਦੇ ਹੋ ਤੇ ਫਿਰ ਤੁਸੀਂ ਅਪਲਾਈ ਕਰ ਉਹਨਾਂ ਨੂੰ ਉਹ ਤੁਹਾਨੂੰ ਦੱਸਣਗੇ ਜੀ ਵੀ ਹਾਂ ਜੀ ਇਹ ਬੰਦਾ ਹਾਈ ਅਚੀਵਰ ਹੈ, ਇਹਦੇ ਚ ਆਹ ਕੁਆਲਿਟੀ ਹੈ, ਇਹ ਫੀਲਡ ਨਾਲ ਰਿਲੇਟਡ ਹੈ ਜੀ, ਤਾਂ ਉਹ ਤੁਹਾਨੂੰ ਨੋਮੀਨੇਟ ਕਰਨਗੇ ਜੀ। ਉਹੀ ਗੱਲ ਹੈ, ਨੋਮੀਨੇਸ਼ਨ ਇਜ਼ ਲੋਟ ਈਜ਼ੀਅਰ ਦੈਨ ਸਪਾਂਸਰਸ਼ਿਪ। ਕੋਈ ਵੀ ਬੰਦਾ ਜਿਹੜਾ ਆਸਟ੍ਰੇਲੀਅਨ PR ਜਾਂ ਸਿਟੀਜ਼ਨ ਹੈਗਾ ਜੀ, ਜਾਂ ਕੋਈ ਵੀ ਕੰਪਨੀ ਹੈ, ਕੋਈ ਇੰਡੀਵਿਜੂਅਲ ਵੀ ਕਰ ਸਕਦਾ ਜੀ, ਐਸ ਲੌਂਗ ਐਜ਼ ਹੀ ਹੈਜ਼ ਅ ਨੈਸ਼ਨਲ ਰੈਪੂਟੇਸ਼ਨ ਇਨ ਦ ਸੇਮ ਏਰੀਆ। ਜੀ, ਜਿਵੇਂ ਕੋਈ ਯੂਨੀਵਰਸਿਟੀ ਲੈਕਚਰਰ ਆ ਜੀ, ਉਹ IT ਪੜ੍ਹਾਉਂਦੇ ਨੇ, ਮਤਲਬ ਕਿ ਵਧੀਆ ਉਹਨਾਂ ਦਾ ਬਲਕਿ ਨੈਸ਼ਨਲ ਲੈਵਲ ਤੇ ਨਾਮ ਹੈ ਜੀ, ਤਾਂ ਉਹ ਤੁਹਾਨੂੰ ਨੋਮੀਨੇਟ ਕਰ ਸਕਦੇ ਨੇ ਜੀ। ਬਿਲਕੁਲ ਜੀ। ਲੇਕਿਨ ਮੈਂ ਦੁਬਾਰਾ ਇੱਕ ਵਾਰ ਜ਼ਰੂਰ ਮੈਂ ਚਾਹਾਂਗਾ ਬਾਂਸਲ ਜੀ ਤੁਸੀਂ ਜ਼ਰੂਰ ਦੱਸ ਦਿਓ ਕਿ ਉਹ 7 ਸੈਕਟਰ ਜਿਹੜੇ ਨੇ ਕਿਹੜੇ ਨੇ, ਤਾਂ ਕਿ ਸਰੋਤਿਆਂ ਦੇ ਇੱਕ ਵਾਰ ਫਿਰ ਤੋਂ ਕਲੀਅਰ ਹੋ ਜਾਵੇ। ਮੈਂ ਥੋੜਾ ਐਕਸਪਲੇਨ ਵੀ ਕਰਦਾ ਜੀ। ਐਗਰੀਕਲਚਰ ਟੈਕਨੋਲੋਜੀ ਹੈ ਜੀ, ਠੀਕ ਹੈ ਜੀ। ਐਗਰੀਕਲਚਰ ਦੇ ਨਾਲ ਰਿਲੇਟਡ ਕੋਈ ਵੀ ਇਹਦੇ ਵਿੱਚ ਇੱਕ ਚੀਜ਼ ਧਿਆਨ ਦੀ ਲੋੜ ਹੈ ਜੀ, ਵੀ ਆਰ ਟਾਕਿੰਗ ਅਬਾਊਟ ਹਾਈ ਅਚੀਵਰ, ਹੈ ਨਾ ਜੀ। ਤਾਂ ਇਹ ਨਹੀਂ ਹੈਗਾ ਵੀ ਜੇ ਤੁਸੀਂ ਫਾਰਮਰ ਹੋ ਤਾਂ ਅਚੀਵ ਹੋ, ਟੈਕਨੋਲੋਜੀ ਦੇ ਵਿੱਚ ਹੋਣਾ ਚਾਹੀਦਾ ਜੀ। ਤੇ ਇਹਦੇ ਵਿੱਚ ਐਕਚੁਅਲੀ ਮੇਨਲੀ ਇਹਨਾਂ ਨੇ ਇੰਜੀਨੀਅਰਸ ਨੂੰ ਟਾਰਗੇਟ ਕੀਤਾ ਜੀ। ਸਪੇਸ ਦੂਸਰੀ ਹੈਗੀ ਜੀ, ਸਪੇਸ ਤੇ ਐਡਵਾਂਸ ਮੈਨੂਫੈਕਚਰਿੰਗ ਜੀ। ਤੇ ਤੀਸਰੀ ਹੈਗੀ ਜੀ ਫਾਈਨੈਂਸ਼ੀਅਲ ਟੈਕਨੋਲੋਜੀ।
ਫਾਈਨੈਂਸ਼ੀਅਲ ਟੈਕਨੋਲੋਜੀ ਦੇ ਵਿੱਚ ਜਿਵੇਂ ਜੀ ਆਪਣਾ ਬਿਟਕੋਇਨ ਹੋ ਗਿਆ ਜੀ, ਆਪਣਾ ਹੁਣ ਆਸਟ੍ਰੇਲੀਆ ਵਿੱਚ ਲਾਂਚ ਹੋਈ ਇੱਕ ਬੜੀ ਵੱਡੀ ਕੰਪਨੀ ਆਫਟਰਪੇ, ਇਹਦੇ ਰਿਲੇਟਡ ਨੇ ਜੀ ਜਿਵੇਂ, ਠੀਕ ਹੈ ਓਕੇ ਜੀ। ਜੀ ਦੂਸਰੀ ਹੈਗੀ ਜੀ ਇੰਜੀਨੀਅਰਿੰਗ ਐਂਡ ਮਾਈਨਿੰਗ ਟੈਕਨੋਲੋਜੀ, ਮਾਈਨਿੰਗ ਆਸਟ੍ਰੇਲੀਆ ਦਾ ਹਮੇਸ਼ਾ ਹੀ ਸਟਰੋਂਗ ਪੁਆਇੰਟ ਰਿਹਾ ਜੀ, ਤੇ ਜੀ ਜੇ ਉਹਦੇ ਰਿਲੇਟਡ ਤੁਸੀਂ ਬਲਕਿ ਹਾਈ ਅਚੀਵਰ ਹੋ ਜੀ। ਤੇ ਅਗਲੀ ਹੈਗੀ ਜੀ ਮੈਡੀਕਲ ਟੈਕਨੋਲੋਜੀ, ਤਾਂ ਮੈਡੀਕਲ ਐਡਵਾਂਸਮੈਂਟ ਦੇ ਵਿੱਚ ਕੋਈ ਤੁਸੀਂ ਨਵੀਂ ਮਸ਼ੀਨ ਇਜਾਦ ਕੀਤੀ ਹੈ ਜਾਂ ਕੋਈ ਇਹਦੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਟੈਕਨੋਲੋਜੀਕਲ ਲੈਵਲ ਦੇ ਉੱਤੇ। ਉਦੋਂ ਅਗਲਾ ਜੀ ਸਾਈਬਰ ਸਿਕਿਉਰਿਟੀ, ਆਈ ਹੋਪ ਤੁਸੀਂ ਤਾਂ ਹੁਣ ਮੀਡੀਆ ਨਾਲ ਜੁੜੇ ਹੋ ਜੀ, ਕਿੰਨੇ ਸਾਈਬਰ ਅਟੈਕ ਹੋ ਰਹੇ ਨੇ, ਤਾਂ ਆਸਟ੍ਰੇਲੀਆ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਲੋੜ ਹੈ ਸਾਈਬਰ ਸਿਕਿਉਰਿਟੀ ਦੀ। ਤੇ ਲਾਸਟ ਹੈਗਾ ਜੀ ਕੁਆਂਟਮ ਇਨਫੋਰਮੇਸ਼ਨ, ਐਡਵਾਂਸ ਡਿਜੀਟਲ ਤੇ ICT। ਤਕਰੀਬਨ ਆਪਣੇ ਜਿਹੜੇ ਬਹੁਤ ਆਪਣੇ ਇੰਡੀਅਨਸ ਖਾਸ ਕਰਕੇ ਜਿਹੜੇ ਵੀ ICT ਦੇ ਵਿੱਚ ਪੜ੍ਹਾਈ ਕਰਦੇ ਨੇ ਜੀ, ਤਾਂ ਉਹ ਕਿਤੇ ਨਾ ਕਿਤੇ ਇਸ ਸਟਰੀਮ ਦੇ ਵਿੱਚ ਐਲੀਜੀਬਲ ਹੋ ਸਕਦੇ ਨੇ, ਜੀ ਕਿਉਂਕਿ ਇਹਦਾ ਬੈਨੀਫਿਟ ਇਹ ਹੈ ਜੀ ਆਪਾਂ ਨੂੰ ਕੋਈ ਸਕਿੱਲ ਅਸੈਸਮੈਂਟ ਨਹੀਂ ਚਾਹੀਦੀ ਜੀ, ਹੂੰ ਕੋਈ 7 ਇੰਚ ਨਹੀਂ ਚਾਹੀਦੇ। ਇਹਦੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਹੈ ਜੀ 4.5 ਬੈਂਡਸ। ਓਕੇ ਉਹ ਵੀ ਜੇ ਤੁਸੀਂ ਨਹੀਂ ਲੈ ਸਕਦੇ ਤਾਂ ਤੁਸੀਂ ਉਹਦੀ ਥਾਂ ਤੇ ਪੇ ਕਰ ਸਕਦੇ ਹੋ ਰਫਲੀ $5,000, ਤੁਹਾਡੀ ਉਹ ਵੀ ਵੇਵ ਹੋ ਜਾਣੀ ਹੈ ਜੀ। ਓਕੇ ਨੋ 5 ਪੁਆਇੰਟ ਸਰ ਜੀ, ਨੋ ਪੁਆਇੰਟ ਟੈਸਟ ਤੇ ਨੋ ਸਪਾਂਸਰਸ਼ਿਪ। ਤੇ ਇਹਨੂੰ ਕਹਿੰਦੇ ਆ ਗਲੋਬਲ ਟੈਲੈਂਟ ਇੰਡੀਪੈਂਡੈਂਟ ਵੀਜ਼ਾ ਇਹ ਹਾਂਜੀ ਗਲੋਬਲ ਟੈਲੈਂਟ। ਇਹਦੇ ਲਈ ਸਬ ਕਲਾਸ ਜਿਵੇਂ ਔਨਸ਼ੋਰ ਹੈਗੇ ਤਾਂ ਤੁਸੀਂ 858 ਹੈ ਜੀ, ਜੀ ਤੇ ਜੇ ਆਫਸ਼ੋਰ ਉਹਦਾ 124 ਹੈ ਜੀ, 1 to 4 ਤੇ ਜੀ ਪ੍ਰੋਸੈਸਿੰਗ ਟਾਈਮ 2 days to 2 months। ਤੇ ਉਸ ਤੋਂ ਬਾਅਦ PR ਸਿੱਧੀ ਅਗਰ ਤੁਸੀਂ ਅਪਲਾਈ ਸਿੱਧੀ ਕਰ PR ਹੈ ਸਰ ਜੀ। ਆਈ ਨੋ ਇਟਸ ਵੈਰੀ ਹਾਰਡ ਟੂ ਬਿਲੀਵ ਬਟ ਦਿਸ ਇਜ਼ ਵਾਟ ਇਟ ਇਜ਼। ਜੀ ਇੱਕ ਚੀਜ਼ ਹੋਰ ਹੈ ਸਰ ਜੀ, ਹਾਂਜੀ ਇਹਦੀ ਕੋਈ ਏਜ ਲਿਮਿਟ ਨਹੀਂ ਹੈਗੀ ਜੀ। ਓਕੇ ਹਾਂਜੀ, ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਜਾਂ 55 ਸਾਲ ਤੋਂ ਵੱਧ ਆ, then you have to prove exceptional benefit to Australian community, which indirectly ਵੀ ਪ੍ਰੂਵ ਕਰਨੀ ਪੈਣੀ ਹੈ ਇਹਦੇ ਲਈ, ਤਾਂ ਤੁਸੀਂ ਐਲੀਜੀਬਲ ਹੋ ਜੀ। ਕੀ ਬਾਤ ਹੈ ਜੀ। ਤੇ ਇਹਦੇ ਨਾਲ ਨਾਲ ਜਿਹੜਾ ਦੂਸਰਾ ਤੁਸੀਂ ਇੱਕ ਹੋਰ ਦੱਸਿਆ ਗਲੋਬਲ ਟੈਲੈਂਟ EMPLOYED ਸਪਾਂਸਰਡ, ਹਾਂਜੀ ਸਰ। ਤੇ ਉਹ ਤੋਂ ਕਿੰਨਾ ਕੁ ਡਿਫਰੈਂਟ ਹੈ ਇਸ ਵੀਜ਼ਾ ਦੇ ਨਾਲੋਂ? ਹਾਂਜੀ ਸਰ, ਜਿਹੜਾ ਗਲੋਬਲ ਟੈਲੈਂਟ EMPLOYED ਸਪਾਂਸਰ ਹੈ ਜੀ, ਉਹਦੇ ਵਿੱਚ ਉਹਦੇ ਵਿੱਚ ਆਪਣੀਆਂ ਦੋ ਸਟਰੀਮ ਨੇ ਜੀ, ਐਸਟੈਬਲਿਸ਼ ਸਟਰੀਮ ਤੇ ਸਟਾਰਟਅਪ ਸਟਰੀਮ। ਐਸਟੈਬਲਿਸ਼ ਸਟਰੀਮ ਦੇ ਵਿੱਚ ਜੀ ਜਿਵੇਂ ਕਿ ਲੇਬਰ ਐਗਰੀਮੈਂਟ ਹੁੰਦੇ ਨੇ, ਤਾਂ ਇਹਦੇ ਵਿੱਚ ਹੈਗਾ ਜੀ GTS ਐਗਰੀਮੈਂਟ, ਗਲੋਬਲ ਟੈਲੈਂਟ EMPLOYED ਸਪਾਂਸਰ ਐਗਰੀਮੈਂਟ, ਜਿਹਦੇ ਨਾਲ ਉਹ ਸਾਰੀਆਂ ਜਿਹੜੀਆਂ ਰਿਕੁਆਇਰਮੈਂਟਾਂ ਹਾਈ ਰਿਕੁਆਇਰਮੈਂਟਾਂ ਨੇ ਉਹ ਕਿਤੇ ਨਾ ਕਿਤੇ ਕੁਝ ਕਲੀਨੀਅਰ ਕਰਦੇ ਆ, ਕੁਝ ਕਿਹਨਾਂ ਨੇ ਹਾਈ ਕਰਦੇ ਆ ਜੀ। ਜਿਵੇਂ ਕਿ ਇਹਦੇ ਵਿੱਚ ਸਪਾਂਸਰ ਮਸਟ ਬੀ ਐਗਰੀਗੇਟਡ ਸਪਾਂਸਰ ਹੋਣਾ ਚਾਹੀਦਾ, ਤਾਂ ਬੇਸਿਕਲੀ ਉਹਦਾ ਮਤਲਬ ਵੀ ਤੁਹਾਡੇ ਕੋਲ ਲੋਕਲ ਜਿਹੜੇ ਬੰਦੇ ਨੇ ਉਹ ਸਪਾਂਸਰ ਜਾਂ ਇੰਟਰਨੈਸ਼ਨਲ ਵੀਜ਼ੇ ਹੋਲਡਰ ਨਾਲੋਂ ਵੱਧ ਕੰਮ ਕਰਦੇ ਹੋਣੇ ਚਾਹੀਦੇ ਨੇ। ਉਹਦੇ ਲਈ ਯੂ ਮਸਟ ਹੈਵ ਅ ਹਿਸਟਰੀ ਵਿਦ ਦ ਡਿਪਾਰਟਮੈਂਟ, ਠੀਕ ਹੈ ਜੀ। ਜੀ ਤੇ ਉਦੋਂ ਬਾਅਦ ਤੇ ਦੂਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਜੀ, ਇਹਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਵੀ ਸਪਾਂਸਰ ਕਰ ਸਕਦੇ ਹੋ ਜਿਹੜੇ ਕਿ ਨਾਰਮਲ ਸਕਿੱਲ ਲਿਸਟ ਦੇ ਵਿੱਚ ਨਹੀਂ ਆਉਂਦੇ, ਜਿਹੜੀ MLT SSL ਹੈ ਜਾਂ ਦੂਸਰੀ ਕੰਬਾਈਨਡ ਲਿਸਟ ਦੇ ਵਿੱਚ ਜਿਹੜੀ ਆਕੂਪੇਸ਼ਨਾਂ ਨਹੀਂ ਹੈਗੀਆਂ, ਤੇ ਤੁਸੀਂ ਉਹਨਾਂ ਨੂੰ ਐਕਸੈਸ ਨਹੀਂ ਕਰ ਸਕਦੇ, ਤਾਂ ਤੁਸੀਂ ਇਹ ਸਟਰੀਮ ਦੇ ਵਿੱਚ ਜਾ ਕੇ ਕੋਈ ਵੀ ਆਕੂਪੇਸ਼ਨ, ਕੋਈ ਵੀ ਹਾਈ ਅਚੀਵਰ ਹੈਗਾ, ਜਿਹੜੇ ਕਿ ਆਪਾਂ ਪਿਛਲਾ 7 ਸਟਰੀਮਾਂ ਗੱਲ ਕੀਤੀਆਂ ਨੇ, ਉਹਦੇ ਵਿੱਚ ਹੈਗੇ ਨੇ, ਉਹਦੀਆਂ ਸਟਰੀਮ ਉਹਦੇ ਥਰੂ ਤੁਸੀਂ ਐਕਸੈਸ ਕਰ ਸਕਦੇ ਹੋ। ਸਿਰਫ ਇਹਦੀ ਰਿਕੁਆਇਰਮੈਂਟ ਥੋੜਾ ਜਿਹਾ ਇੰਨਾ ਕਿ ਡਿਫਰੈਂਟ ਹੈ ਜੀ, ਵੀ ਬੰਦੇ ਨੂੰ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ, ਤੇ ਉਹਦੀ ਇਨਕਮ ਫੇਅਰ ਵਰਕ ਹਾਈ ਇਨਕਮ ਥ੍ਰੈਸ਼ਹੋਲਡ ਤੋਂ ਵੱਧ ਹੋਣੀ ਚਾਹੀਦੀ ਹੈ, ਤਾਂ ਉਹਨਾਂ ਨੂੰ ਤਕਰੀਬਨ 1,53,600 ਤੋਂ ਵੱਧ ਪੇ ਕਰਨਾ ਪਊਗਾ ਜੀ। ਤੇ ਉਦੋਂ ਬਾਅਦ ਦੇ ਵਿੱਚ ਸਾਰਾ ਕੁਝ ਸੇਮ ਹੈ ਜੀ, ਤੁਸੀਂ 3 ਸਾਲ ਬਾਅਦ PR ਅਪਲਾਈ ਕਰ ਸਕਦੇ ਹੋ ਜੀ। ਤੇ ਜੇ ਤੁਹਾਡੀ EMPLOYE ਭੱਜ ਜਾਂਦਾ, ਤੁਹਾਨੂੰ 60 ਦਿਨ ਦੇ ਵਿੱਚ ਨਵਾਂ EMPLOYER ਲੱਭਣਾ ਪੈਣਾ ਵਿਦ ਸਿਮਿਲਰ ਕੰਡੀਸ਼ਨਸ। ਜੀ ਤੇ ਨਾਲ ਦੀ ਨਾਲ ਇੱਕ ਮੈਸੇਜ ਵੀ ਆਇਆ ਤੇ ਇਸ ਦੇ ਨਾਲ ਰਿਲੇਟਡ ਹੀ ਆ, ਤੇ ਮੈਰੀ ਜੀ ਕਹਿ ਰਹੇ ਨੇ ਆਮ ਸੌਫਟਵੇਅਰ ਇੰਜੀਨੀਅਰ ਵਿਦ 90 ਪੁਆਇੰਟਸ, ਵਿਲ ਆਈ ਬੀ ਐਲੀਜੀਬਲ ਫॉर ਗਲੋਬਲ ਟੈਲੈਂਟ ਵੀਜ਼ਾ? ਮੈਰੀ ਜੀ ਦੇਖੋ, ਇਹਦਾ ਕ੍ਰਾਈਟੇਰੀਆ ਬਿਲਕੁਲ ਡਿਫਰੈਂਟ ਹੈ ਜੀ, ਤਾਂ ਬੇਸਿਕਲੀ ਤੁਹਾਡੇ ਪੁਆਇੰਟ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਜੀ। ਜੀ ਤਾਂ ਇਹਦੇ ਲਈ ਮੈਰੀ ਜੀ ਯੂ ਹੈਵ ਟੂ ਟਾਕ ਟੂ ਅਸ ਸੈਪਰੇਟਲੀ ਜੀ, ਸਾਨੂੰ ਪੂਰਾ ਰੈਜ਼ੂਮੇ ਭੇਜੋ ਜੀ, ਆਪਣੇ ਬਾਰੇ ਦੱਸੋ, ਕਿਉਂਕਿ ਇਹ ਜਨਰਲ ਸਕਿਲਡ ਮਾਈਗ੍ਰੇਸ਼ਨ ਨਹੀਂ ਹੈਗੀ ਜੀ। ਜੀ So don't get confused. We don't need skill assessment. We don't need 6 each, 8 each, 7 each, and we don't need a sponsor. We don't need state sponsorship. ਜੀ ਇਹ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਪ੍ਰੋਗਰਾਮ ਆ ਜੀ। ਬਿਲਕੁਲ ਜੀ। ਤੇ ਅਜੇ ਜੀ ਇਸ ਤੋਂ ਬਾਅਦ ਇੱਕ ਜਿਹੜਾ ਤੀਸਰਾ ਇਹਦੇ ਵਿੱਚ ਆਉਂਦਾ, ਜਿਹੜਾ ਸਾਊਥ ਆਸਟ੍ਰੇਲੀਆ ਵਾਲਾ ਸਿਰਫ ਹੈ ਡਿਫਰੈਂਟ। ਇੱਕ ਸੌਰੀ ਜੀ, ਇਹਦੇ ਵਿੱਚ ਜਿਵੇਂ ਮੈਂ ਦੱਸਿਆ GTS ਦੇ ਵਿੱਚ ਇੱਕ ਦੂਸਰੀ ਸਟਰੀਮ ਹੈ ਜੀ, ਸਟਾਰਟਅਪ ਸਟਰੀਮ। ਹਾਂਜੀ ਬਿਲਕੁਲ ਜੀ। ਸਟਾਰਟਅਪ ਸਟਰੀਮ ਦੇ ਵਿੱਚ ਜੀ ਇਹਨਾਂ ਨੇ STEM ਨੂੰ ਕੰਸੀਡਰ ਕਰਨਾ ਜੀ, ਜਿਹਦੇ ਵਿੱਚ ਆਉਂਦੇ ਨੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ। ਓਕੇ ਇਹਦੇ ਲਈ ਜਿਹੜਾ ਤੁਹਾਡਾ ਬਿਜ਼ਨਸ ਹੈ, ਜਿਹੜਾ ਅਸੀਂ ਓਪਨ ਮਤਲਬ ਕਿ ਪੋਜੀਸ਼ਨ ਹੈ, ਉਹ ਇੱਕ ਇਹਨਾਂ ਦੇ ਆਪਣੀ ਸਟਾਰਟਅਪ ਪੈਨਲ ਬਣਾਇਆ ਜੀ, ਉਹ ਤੋਂ ਪ੍ਰੂਵ ਕਰਵਾਉਣੀ ਪੈਂਦੀ ਹੈ, ਵਿਚ ਇਜ਼ ਗੋਣਾ ਬੀ ਬੜੀ ਟਫ ਫॉर ਯੂ। ਪਰ ਕਿਤੇ ਨਾ ਕਿਤੇ ਜੇ ਇਫ ਯੂ ਆਰ ਐਂਟਰਪ੍ਰੀਨਰ ਵਿਦ ਅ ਗੁੱਡ ਨਿਊ ਬ੍ਰੈਂਡ ਨਿਊ ਆਈਡੀਆ, ਤੇ ਤੁਹਾਨੂੰ ਲੱਗਦਾ ਵੀ ਤੁਸੀਂ ਦੈਟਸ ਬੀ ਅ ਬੈਨੀਫਿਟ ਟੂ ਆਸਟ੍ਰੇਲੀਅਨ ਕਮਿਊਨਿਟੀ, ਤਾਂ ਤੁਸੀਂ ਇਹਦੇ ਅੰਦਰ ਵੀ ਸਪਾਂਸਰ ਕਰ ਸਕਦੇ ਹੋ ਜੀ। ਠੀਕ ਹੈ ਸਰ ਜੀ। ਹਾਂਜੀ
ਤੇ ਸਰ ਹੁਣ ਆਪਾਂ ਚੱਲਦੇ ਹਾਂ ਜੀ ਤੀਜਾ, ਸਪੋਰਟਿੰਗ ਇਨੋਵੇਸ਼ਨ ਇਨ ਸਾਊਥ ਆਸਟ੍ਰੇਲੀਆ ਸਰ। ਜੀ ਤੇ ਇਹਦੇ ਵਿੱਚ ਸਰ ਜੀ ਹੁਣ ਇਹ ਹੈਗਾ ਵੀਜ਼ਾ 408। ਹੁਣ ਇਹਦੇ ਵਿੱਚ ਇਹ ਚੀਜ਼ ਧਿਆਨ ਦੇਣ ਵਾਲੀ ਗੱਲ ਹੈ ਜੀ, ਇੱਕ ਪਾਇਲਟ ਪ੍ਰੋਗਰਾਮ ਚਲਾਇਆ ਸੀ ਸਿਰਫ ਸਾਊਥ ਆਸਟ੍ਰੇਲੀਆ ਲਈ, ਜਿਹਦੀ ਐਂਡ ਡੇਟ ਹੈਗੀ ਹੈ ਨਵੰਬਰ 2021। ਓਕੇ। ਜਿਹੜਾ ਵੀ ਬੰਦੇ ਨੂੰ ਵੀਜ਼ਾ ਗ੍ਰਾਂਟ ਹੋ, ਚਾਹੇ ਅੱਜ ਗ੍ਰਾਂਟ ਹੋਵੇ ਚਾਹੇ ਕੱਲ ਗ੍ਰਾਂਟ, ਚਾਹੇ 1 ਸਾਲ ਪਹਿਲਾਂ, ਉਹਨਾਂ ਦੀ ਐਂਡ ਡੇਟ ਸਾਰਿਆਂ ਦੀ ਨਵੰਬਰ 2021 ਹੀ ਹੋਣੀ ਹੈ, ਤੇ ਇਹ ਨਵੰਬਰ 2020 ਤੋਂ ਬਾਅਦ ਬੰਦ ਹੋ ਰਿਹਾ ਜੀ। ਓਕੇ, ਤੇ ਇਹਦੇ ਵਿੱਚ ਅਪਲਾਈ ਵੀ ਨਹੀਂ ਕਰ ਸਕਦੇ ਆਪਾਂ, ਤੇ ਇਹ ਸਿਰਫ ਨਵੰਬਰ 2020 ਤੋਂ ਬਾਅਦ ਅਪਲਾਈ ਨਹੀਂ ਕਰ ਸਕਦੇ ਜੀ। ਓਕੇ, ਤੇ ਮਤਲਬ ਇਹਦੀ ਜਿਹੜੀ ਆ ਵੈਲਿਡਿਟੀ ਮੈਂ ਕਹਾਂ ਤਾਂ 21 ਤੋਂ ਬਾਅਦ ਐਕਸਪਾਇਰ ਹੈ, ਨਵੰਬਰ 2021 ਤੋਂ ਬਾਅਦ। ਨਵੰਬਰ 20 ਤੋਂ ਬਾਅਦ ਆਪਾਂ ਅਪਲਾਈ ਨਹੀਂ ਕਰ ਸਕਦੇ, ਪਰ ਜਿਨ੍ਹਾਂ ਨੂੰ ਮਿਲ ਚੁੱਕਿਆ ਮਿਲਿਆ ਜੀ, ਉਹ ਨਵੰਬਰ 2021 ਤੱਕ ਮਿਲਿਆ ਜੀ, ਤੇ ਇਹ ਪਰਮਨੈਂਟ ਰੈਜ਼ੀਡੈਂਸੀ ਨੂੰ ਲੀਡ ਨਹੀਂ ਕਰਦਾ ਜੀ। ਓਕੇ, ਤੇ ਅਗਰ ਫਿਰ ਵੀ ਕਿਸੇ ਨੇ, ਅਗਰ ਕਿਸੇ ਕੋਲ ਹੋਰ ਪਾਥਵੇ ਨਹੀਂ ਬਚਿਆ ਇੱਥੇ ਰਹਿਣ ਦਾ, ਤੇ ਅਗਰ ਉਹਨਾਂ ਨੇ ਕਿਸੇ ਨੇ ਅਪਲਾਈ ਕਰਨਾ ਹੋਵੇ ਇਸ ਵੀਜ਼ਾ ਦੇ ਵਿੱਚ ਸਾਊਥ ਆਸਟ੍ਰੇਲੀਆ ਜਾਣਾ ਹੋਵੇ, ਚਾਹੇ ਉਹ 1.5 ਸਾਲ ਵਾਸਤੇ ਜਿਹੜਾ ਹੁਣ ਪਿਆ ਆ, ਤੇ ਉਹ ਕਿਸ ਤਰੀਕੇ ਨਾਲ ਕਰ ਸਕਦੇ ਨੇ? ਉਹਦੇ ਲਈ ਇਹ ਜੀ ਤੁਹਾਨੂੰ ਆਪਣਾ ਸਾਊਥ ਆਸਟ੍ਰੇਲੀਅਨ ਗਵਰਨਮੈਂਟ ਤੋਂ ਐਂਡੋਰਸਮੈਂਟ ਲੈਣੀ ਪੈਣੀ ਹੈ ਜੀ। ਇਹਨਾਂ ਨੇ ਆਪਣੇ ਇੱਕ ਪੈਨਲ ਬਣਾਏ ਨੇ ਜੀ, ਫਲਿੰਡਰ ਹਰ ਇੱਕ ਯੂਨੀਵਰਸਿਟੀ ਨੇ ਆਪਣਾ ਇੱਕ ਰੱਖਿਆ, ਤੁਹਾਨੂੰ ਉਹਨਾਂ ਤੋਂ ਐਂਡੋਰਸਮੈਂਟ ਲੈਣੀ ਪੈਣੀ ਹੈ ਜੀ। ਡਬਲ ਐਂਡੋਰਸਮੈਂਟ ਤਕਰੀਬਨ ਬਣ ਜਾਂਦੀ ਹੈ ਜੀ। ਉਸ ਤੋਂ ਬਾਅਦ ਯੂ ਮਸਟ ਹੈਵ ਅ ਬਿਜ਼ਨਸ ਆਈਡੀਆ ਜੀ, ਤੁਹਾਡੇ ਕੋਲ ਨਾ ਫੰਡਸ ਹੋਣੇ ਚਾਹੀਦੇ ਨੇ। ਯੂ ਮਸਟ ਬੀ ਅੰਡਰ 45 ਇਅਰਸ ਆਫ ਏਜ, ਤੇ ਥੋੜੀ ਵੋਕੇਸ਼ਨਲ ਇੰਗਲਿਸ਼ ਹੋਣੀ ਚਾਹੀਦੀ ਹੈ ਜੀ, ਤਾਂ ਬਲਕਿ ਵੋਕੇਸ਼ਨਲ ਇੰਗਲਿਸ਼ ਮੀਨ 5 ਈਚ। ਓਕੇ ਤੇ ਜੀ। ਉਸ ਤੋਂ ਬਾਅਦ ਜੇ ਸਾਰਾ ਕੁਝ ਅਪਰੂਵ ਕਰਦੇ ਹੋ ਤੇ ਤੁਸੀਂ, ਤੁਹਾਨੂੰ 408 ਵੀਜ਼ਾ ਮਿਲ ਜਾਂਦਾ ਜੀ, ਤਾਂ ਤੁਸੀਂ ਸਾਊਥ ਆਸਟ੍ਰੇਲੀਆ ਜਾ ਕੇ ਆਪਣਾ ਬਿਜ਼ਨਸ ਐਜ਼ ਅ ਸੋਲ ਟ੍ਰੇਡਰ ਸ਼ੁਰੂ ਕਰ ਸਕਦੇ ਹੋ ਜੀ। ਤੇ ਪੀਆਰ ਦੇ ਲਈ ਫਿਰ ਤੁਹਾਨੂੰ ਉਹੀ ਹੈ ਜੀ, ਸਾਰਾ ਕੁਝ ਨਾਰਮਲ ਹੀ ਰਹਿਣਾ। ਪੀਆਰ ਦੇ ਲਈ ਇਹਦੇ ਵਿੱਚ ਕੋਈ ਐਕਸਟਰਾ ਬੈਨੀਫਿਟ ਨਹੀਂ, ਕੋਈ ਕੰਸੈਸ਼ਨ ਨਹੀਂ ਜੀ, ਬਟ ਐਟਲੀਸਟ ਗੁੱਡ ਟੂ ਨੋ ਕਿ देयर इज अ स्ट्रीम ਅੰਡਰ ਦਿਸ ਜੀਟੀਆਈ ਪ੍ਰੋਗਰਾਮ ਜੀ। ਜੀਟੀਆਈ ਜੀ। ਤੇ ਇਹਦੇ ਨਾਲ ਰਿਲੇਟਡ ਅਜੇ ਜੀ ਕੋਈ ਹੋਰ ਜਿਵੇਂ ਸਵਾਲ ਨੇ ਕਿ ਅਗਰ ਕੋਈ ਇੰਜੀਨੀਅਰਿੰਗ ਕਰ ਰਿਹਾ ਹੈ ਕਿ ਉਹ ਐਲੀਜੀਬਲ ਹੋ ਸਕਦਾ ਸਿੱਧਾ ਕਿ ਨਹੀਂ? ਹਾਂਜੀ, ਜਿਵੇਂ ਬਿਲਕੁਲ ਸਰ, ਜੇ ਕੋਈ ਇੰਜੀਨੀਅਰਿੰਗ ਕਰ ਰਿਹਾ ਉਹ ਸਿੱਧਾ ਐਲੀਜੀਬਲ ਹੋ ਸਕਦਾ ਹੈ ਕਿ ਮਾਸਟਰਸ ਕਰ ਰਹੇ, ਪਰ ਉਹੀ ਗੱਲ ਹੈ ਜੀ, ਦੇ ਗੋਟ ਹੈਵ ਸਮ ਅਚੀਵਮੈਂਟ ਤੇ ਦੇ ਨੀਡ ਸਮਬਡੀ ਟੂ ਵਾਚ ਫॉर ਦੋਜ਼ ਅਚੀਵਮੈਂਟਸ, ਹੈ ਨਾ। ਤਾਂ ਤੁਹਾਨੂੰ ਕੋਈ ਬੰਦਾ ਚਾਹੀਦਾ ਜਿਹੜਾ ਜਾ ਕੇ ਇਹ ਪ੍ਰੂਵ ਕਰੇ, ਹਾਂਜੀ ਇਹ ਬੰਦੇ ਕੋਲ ਅਚੀਵਮੈਂਟ ਨੇ, ਤੇ ਉਹ ਬੰਦਾ ਸ਼ੁੱਡ ਬੀ ਲਾਈਕ ਦ ਨੋਮੀਨੇਟਰ ਮਸਟ ਬੀ ਆਫ ਅ ਨੈਸ਼ਨਲ ਲੈਵਲ ਰੈਪੂਟੇਸ਼ਨ ਜੀ। ਤੇ ਜਿਵੇਂ ਤੁਸੀਂ ਕਿਹਾ ਸੀ ਕਿ ਫੈਮਿਲੀ ਨੂੰ ਵੀ ਤੁਸੀਂ ਕਰ ਸਕਦੇ ਹੋ, ਤੇ ਉਹਦਾ ਪ੍ਰੋਸੈਸ ਕੀ ਆ? ਜਿਵੇਂ ਤੁਸੀਂ ਜਿਹੜਾ ਪਹਿਲਾਂ ਕਿਹਾ ਸੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੀ ਲੈ ਕੇ ਆ ਸਕਦੇ ਹੋ ਜੀ। ਤਾਂ ਇਹਦੇ ਵਿੱਚ ਜੇ ਤੁਸੀਂ ਐਲੀਜੀਬਲ ਹੋ ਗਏ ਜੀ, ਤਾਂ ਤੁਸੀਂ, ਤੁਹਾਡੀ ਫੈਮਿਲੀ ਤੁਹਾਡੇ ਨਾਲ ਆ ਸਕਦੀ ਹੈ। ਤਾਂ ਸਪੋਜ਼ ਕਿ ਇਫ ਯੂ ਆਰ ਮੈਰਿਡ ਵਿਦ ਚਿਲਡਰਨ, ਤਾਂ ਤੁਸੀਂ ਸਾਰੇ ਕੰਬਾਈਨਡ ਐਪਲੀਕੇਸ਼ਨ ਪਾ ਸਕਦੇ ਹੋ ਜੀ। ਤੇ ਨਾਲ ਦੀ ਨਾਲ ਜਿਵੇਂ ਇੱਕ ਹੋਰ ਸਵਾਲ ਆਉਂਦਾ ਕਿ ਅਗਰ ਕੋਈ ਕਿਸੇ ਕੰਪਨੀ ਦੇ ਨਾਲ ਕੰਮ ਨਹੀਂ ਕਰ ਰਿਹਾ, ਐਜ਼ ਅ ਫ੍ਰੀਲੈਂਸ ਕਰ ਰਿਹਾ, ਮਤਲਬ ਬਹੁਤ ਸਾਰੀਆਂ ਕੰਪਨੀਆਂ ਨਾਲ ਆਪਣੀ ਸਿਰਫ ਸੇਵਾਵਾਂ ਦੇ ਰਿਹਾ, ਤੇ ਉਹਦੇ ਵਾਸਤੇ ਵੀ ਕੀ ਇਹ ਇੰਟਰਸਟ ਬਣਦਾ ਕੋਈ ਇਸ ਵੀਜ਼ੇ ਦਾ? ਸਰ ਜੀ ਬਿਲਕੁਲ, ਤੁਸੀਂ ਚਾਹੇ ਫ੍ਰੀਲੈਂਸ ਕੰਮ ਕਰ ਰਹੇ ਹੋ, ਕਿਸੇ ਕੰਪਨੀ ਲਈ ਕੰਮ ਕਰ ਰਹੇ ਹੋ ਜੀ, ਚਾਹੇ ਸੋਲ ਟ੍ਰੇਡਰ ਕਰ ਰਹੇ ਹੋ, ਉਹ ਇੱਕ ਅੱਡ ਚੀਜ਼ ਆ ਜੀ। ਐਜ਼ ਲੌਂਗ ਐਜ਼ ਯੂ ਹੈਵ ਸਮ ਅਚੀਵਮੈਂਟਸ, ਕਿ ਤੁਹਾਨੂੰ ਨੋਮੀਨੇਟਰ ਚਾਹੀਦਾ ਜੀ, ਤੇ ਤੁਸੀਂ ਨੋਮੀਨੇਟਰ ਨੂੰ, ਤੁਹਾਨੂੰ ਜੌਬ ਦੇਣ ਦੀ ਲੋੜ ਨਹੀਂ ਹੈਗੀ ਜੀ, ਨਾ ਹੀ ਉਹ ਤੁਸੀਂ ਉਹਦੇ ਲਈ ਕਦੇ ਕੰਮ ਕੀਤਾ ਹੋਵੇ। ਐਜ਼ ਲੌਂਗ ਐਜ਼ ਹੀ ਕੈਨ ਨੋਮੀਨੇਟ ਯੂ, ਠੀਕ ਹੈ ਜੀ, ਐਜ਼ ਲੌਂਗ ਐਜ਼ ਯੂ ਸਰਟੀਫਾਈ ਕਿ ਤੁਸੀਂ ਆਪਣਾ ਉਹਦੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ, ਵੀ ਤੁਸੀਂ ਹਾਈ ਅਚੀਵਰ ਹੈਗੇ ਹੋ, ਤੁਸੀਂ ਇਸ ਪ੍ਰੋਗਰਾਮ ਲਈ ਐਲੀਜੀਬਲ ਹੋ ਜੀ। ਤੇ ਬਹੁਤ ਸ਼ੁਕਰੀਆ ਅਜੇ ਜੀ ਇਸ ਵੀਜ਼ਾ ਬਾਰੇ ਜਾਣਕਾਰੀ ਦੇਣ ਵਾਸਤੇ। ਆਈ ਥਿੰਕ ਕਿ ਮੇਰੇ ਤੋਂ ਵੀ ਇਲਾਵਾ ਮੈਨੂੰ ਇਨਕਲੂਡਿੰਗ ਬਹੁਤ ਸਾਰਿਆਂ ਨਹੀਂ ਪਤਾ ਹੋਵੇਗਾ ਇਸ ਵੀਜ਼ਾ ਬਾਰੇ। ਹਾਂਜੀ, ਥੈਂਕ ਯੂ, ਤੁਸੀਂ ਕੁਝ ਨਵਾਂ ਚੀਜ਼ ਜਿਹੜੀ ਉਹ ਲੈ ਕੇ ਆਏ ਹੋ। ਆਈ ਹੋਪ ਕਿ ਬਹੁਤ ਹੈਲਪਫੁਲ ਰਹੇਗੀ ਬਾਕੀ ਸਾਰਿਆਂ ਵਾਸਤੇ ਵੀ। ਤੇ ਮੈਂ ਚਾਹਾਂਗਾ ਅਗਰ ਕਿਸੇ ਕੋਲ ਵੀ ਇਸ ਵੀਜ਼ਾ ਦੇ ਰਿਗਾਰਡਿੰਗ ਕੋਈ ਸਵਾਲ ਹੋਣ ਤਾਂ ਜ਼ਰੂਰ ਪੁੱਛਣਾ ਚਾਹੁੰਦਾ ਹੋਵੇ, ਜ਼ਰੂਰ ਪੁੱਛ ਸਕਦਾ। ਤੇ ਅਜੇ ਜੀ ਕੁਝ ਹੋਰ ਇਹਦੇ ਰਿਗਾਰਡਿੰਗ ਕੋਈ ਅਗਰ ਕੁਝ ਆਪਾਂ ਮਿਸ ਕਰ ਗਏ ਹੋ, ਕੋਈ ਦੱਸਣਾ ਚਾਹੁੰਦੇ ਹੋ ਤੁਸੀਂ? ਬਸ ਇਹਦੇ ਵਿੱਚ ਇਹ ਹੈ ਜੀ, ਇਹਦੇ ਲਈ ਸਾਲ ਦੇ 5000 ਪਲੇਸਿਸ ਮਤਲਬ ਕਿ ਗਵਰਨਮੈਂਟ ਐਲੋਕੇਟ ਕਰਦੀ ਹੈ, ਵਿਚ ਇਜ਼ ਸੈਪਰੇਟ ਟੂ ਦਾ ਟੋਟਲ ਕੋਟਾ। ਤੇ ਦੂਸਰੀ ਗੱਲ ਹੈ ਜੀ, ਵੀ ਜੇ ਤੁਸੀਂ ਐਲੀਜੀਬਲ, ਤੁਹਾਨੂੰ ਲੱਗਦਾ ਵੀ ਤੁਸੀਂ ਐਲੀਜੀਬਲ ਹੋ, ਪਲੀਜ਼ ਡੂ ਗੈਟ ਇਨ ਟੱਚ ਐਂਡ ਡੂ ਸਮ ਰਿਸਰਚ, ਕਿਉਂਕਿ ਕਿਤੇ ਨਾ ਕਿਤੇ ਜਿਸ ਹਿਸਾਬ ਨਾਲ ਜੀਐਸਐਮ ਦਾ ਔਖਾ ਚੱਲ ਰਿਹਾ, ਦਿਸ ਕੁਡ ਬੀ ਅ ਪਾਥਵੇ ਫॉर ਪਰਮਨੈਂਟ ਰੈਜ਼ੀਡੈਂਸੀ ਜੀ ਬਿਲਕੁਲ ਜੀ। ਤੇ ਅਗਰ ਕਿਸੇ ਨੇ ਆਪਣਾ ਇੰਟਰਸਟ ਸ਼ੋਅ ਕਰਨਾ ਹੈ ਤਾਂ ਜ਼ਰੂਰ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਵੈਬਸਾਈਟਸ ਤੁਹਾਡੇ ਸਾਹਮਣੇ ਆ ਹੀ ਰਹੀਆਂ, ਤੇ ਨਾਲ ਦੀ ਨਾਲ ਫੋਨ ਨੰਬਰ ਵੀ ਤੁਹਾਨੂੰ ਸ਼ੋਅ ਹੋ ਰਿਹਾ ਇਸ ਲਾਈਵ ਵੀਡੀਓ ਦੇ ਵਿੱਚ। ਜਿਹੜੇ ਰੇਡੀਓ ਦੇ ਉੱਤੇ ਇਸ ਵਕਤ ਲਾਈਵ ਸੁਣ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ bansalimmigration.com.au ਦੇ ਉੱਤੇ ਇਹਨਾਂ ਦੀ ਵੈਬਸਾਈਟ ਹੈ, ਉੱਥੇ ਤੁਸੀਂ ਜਾ ਸਕਦੇ ਹੋ, ਤੇ ਇਹਨਾਂ ਦੇ ਫੋਨ ਨੰਬਰ, ਇਹਨਾਂ ਦੀ ਈਮੇਲਸ ਤੁਹਾਨੂੰ ਮਿਲੇਗੀ, ਅਤੇ ਤੁਸੀਂ ਇਹਨਾਂ ਤੋਂ ਇਹ ਸਾਰੀ ਜਾਣਕਾਰੀ ਲੈ ਸਕਦੇ ਹੋ। ਫਿਰ ਜੀ ਬਾਂਸਲ ਜੀ ਇੱਕ ਹੋਰ ਡਿਫਰੈਂਟ ਸਵਾਲ, ਇੱਕ ਸਵਾਲ ਆਇਆ ਸੀ ਕਿ ਆਪਣੇ ਕਿਸੇ ਫਰੈਂਡ ਦਾ, ਉਹਨਾਂ ਦਾ ਵੀਜ਼ਾ ਰਿਫਿਊਜ਼, ਉਹ ਪੁੱਛ ਰਿਹਾ ਸੀ ਕਿ ਵੀਜ਼ਾ ਰਿਫਿਊਜ਼ ਹੋ ਗਿਆ ਤੇ ਉਸ ਤੋਂ ਬਾਅਦ ਏਟੀ ਵੀ ਰਿਫਿਊਜ਼ ਹੋ ਗਈ ਹੈ, ਤੇ ਹੁਣ ਫਿਰ ਅੱਗੇ ਕੋਈ ਹੈਲਪ ਕਰ ਸਕਦਾ ਉਹਨਾਂ ਨੂੰ ਜਾਂ ਨਹੀਂ? ਹਾਂਜੀ ਸਰ, ਜੇ ਤੁਹਾਡੀ ਏਟੀ ਵੀ ਰਿਫਿਊਜ਼ ਹੋ ਚੁੱਕੀ ਹੈ ਜੀ, ਤਾਂ ਯੂ ਹੈਵ ਅ ਰਾਈਟ ਟੂ ਗੋ ਟੂ ਫੈਡਰਲ ਸਰਕਿਟ ਕੋਰਟ ਜੀ। ਤੁਸੀਂ, ਪਰ ਉਹਦੇ ਲਈ ਇੱਕ ਚੀਜ਼ ਦੇਖਣ ਦੀ ਲੋੜ ਹੈ ਜੀ ਕਿ देयर ਮਸਟ ਬੀ ਅ ਜੁਰਿਸਡਿਕਸ਼ਨਲ ਐਰਰ ਔਨ ਦਾ ਪਾਰਟ ਆਫ ਏਟੀ।
ਤਾਂ ਬੇਸਿਕਲੀ ਜੇ ਏਟੀ ਨੇ ਕੋਈ ਐਰਰ ਕੀਤੀ ਹੈ ਜੀ ਵਿਚ ਇਜ਼ ਵੈਰੀ ਡਿਫਰੈਂਟ ਟੂ ਮੀਟਿੰਗ ਵੀਜ਼ਾ ਕੰਡੀਸ਼ਨ, ਇਹਦਾ ਵੀਜ਼ਾ ਕੰਡੀਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ, ਤੁਸੀਂ ਪੜ੍ਹ ਰਹੇ ਸੀ ਨਹੀਂ ਪੜ੍ਹ ਰਹੇ, ਇਹਦੇ ਵਿੱਚ ਇਹ ਹੈ ਜੀ ਕਿ ਹਾਊ ਯੂਰ ਹੀਅਰਿੰਗ ਵਾਸ ਕੰਡਕਟਡ। ਤਾਂ ਬੇਸਿਕਲੀ ਜੇ ਏਟੀ ਦੇ ਵਿੱਚ ਫੋਰ ਐਗਜ਼ਾਮਪਲ ਜੀ ਤੁਸੀਂ ਆਪਣਾ ਇੰਟਰਪ੍ਰੀਟਰ ਮੰਗਿਆ ਸੀਗਾ ਜੀ, ਏਟੀ ਨੇ ਕਿਸੇ ਵੀ ਕਾਰਨ ਕਰਕੇ ਨਹੀਂ ਦਿੱਤਾ ਜਾਂ ਮੈਂਬਰ ਨੇ ਅਲਾਉ ਨਹੀਂ ਕੀਤਾ, ਤਾਂ ਇਟਸ ਕਾਈਂਡ ਆਫ ਨੈਚੁਰਲ ਫੇਅਰਨੈਸ ਨਹੀਂ ਮਿਲੀ ਜੀ। ਨੈਚੁਰਲ ਤਾਂ ਤੁਸੀਂ ਉਹਦੇ ਬੇਸ ਤੇ ਤੁਸੀਂ ਅਪੀਲ ਕਰ ਸਕਦੇ ਹੋ, ਤੁਸੀਂ ਕੋਈ ਐਵੀਡੈਂਸ ਦਿੱਤਾ ਜੀ ਜਿਹਨੂੰ ਏਟੀ ਨੇ ਪ੍ਰੋਪਰ ਵੇਟੇਜ ਵਾਲਾ ਸੀਗਾ। ਫੋਰ ਐਗਜ਼ਾਮਪਲ ਤੁਸੀਂ ਫੰਡ ਸ਼ੋ ਕੀਤੇ, ਅਸੀਂ ਕੋਈ ਰੀਸੈਂਟਲੀ ਕੇਸ ਜਿੱਤਿਆ ਜੀ ਫੰਡ ਵਾਲਾ, ਅਸੀਂ ਫਾਈਨੈਂਸ਼ੀਅਲ ਦਿੱਤੇ ਸੀਗੇ ਜੀ ਤੇ ਦੇ ਆਰ ਫਰਮ ਐਕਸੈਪਟੇਬਲ ਇੰਡੀਵਿਜੂਅਲ, ਪਰ ਕਿਤੇ ਨਾ ਕਿਤੇ ਮੈਂਬਰ ਦੀ ਐਰਰ ਕਰਕੇ ਉਹਨਾਂ ਨੇ ਉਸ ਨੂੰ ਨਹੀਂ ਮੰਨਿਆ ਤੇ ਅਸੀਂ ਉਹਨੂੰ ਜਦੋਂ ਫੈਡਰਲ ਕੋਰਟ ਦੇ ਵਿੱਚ ਜਾ ਕੇ ਕੇਸ ਪਾਇਆ ਵੀ ਅਸੀਂ ਸਹੀ ਸੀਗੇ, ਤਾਂ ਉਹਦੇ ਵਿੱਚ ਵੀ ਆਪਾਂ ਜਿੱਤ ਸਕਦੇ ਹਾਂ ਜੀ। ਜਾਂ ਤੁਹਾਡੀ ਗੱਲ ਨਹੀਂ ਸੁਣੀ ਗਈ, ਤੁਹਾਨੂੰ ਚਾਂਸ ਨਹੀਂ ਦਿੱਤਾ ਗਿਆ ਜੀ, ਤਾਂ ਇਸ ਤਰ੍ਹਾਂ ਇਹਨਾਂ ਬੇਸਿਸ ਦੇ ਉੱਤੇ ਆਪਾਂ ਫੈਡਰਲ ਕੋਰਟ ਜਾ ਕੇ ਅਪੀਲ ਕਰ ਸਕਦੇ ਹਾਂ ਜੀ ਤੇ ਆਪਣਾ ਵੀਜ਼ਾ ਤਾਂ ਉਸ ਤੋਂ ਬਾਅਦ ਏਟੀ ਨੂੰ ਵਾਪਸ ਭੇਜਣਗੇ ਫॉर ਫਰਦਰ ਕੰਸੀਡਰੇਸ਼ਨ ਜੀ। ਏਟੀ ਆਪਾਂ ਕਰ ਸਕਦੇ ਹਾਂ ਬਿਲਕੁਲ ਜੀ, ਬਿਲਕੁਲ ਜੀ। ਤੇ ਇਸ ਚੀਜ਼ ਵਾਸਤੇ ਵੀ ਕੰਟੈਕਟ ਤੁਹਾਨੂੰ ਕੀਤਾ ਜਾ ਸਕਦਾ, ਤੁਸੀਂ ਵੀ ਮਤਲਬ ਇਹ ਚੀਜ਼ ਜਿਹੜੀ ਆ ਕਰਵਾ ਸਕਦੇ ਹੋ। ਹਾਂਜੀ ਹਾਂ ਸਰ, ਸਾਨੂੰ ਵੀ ਕਰ ਸਕਦੇ ਜੀ, ਸੋਲਿਸਿਟਰ ਸਰ ਜੀ ਬਿਲਕੁਲ ਕਰ ਸਕਦੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਧਰ ਗਲੋਬਲ ਟੈਲੈਂਟ ਵੀਜ਼ਾ ਦੇ ਨਾਲ ਹੀ ਇੱਕ ਸਵਾਲ ਆਇਆ ਪਰਮਿੰਦਰ ਜੀ ਦਾ, ਕਹਿ ਰਹੇ ਨੇ ਕਿ ਕੰਡੀਸ਼ਨ ਕੀ ਆ ਅਗਰ ਮੈਂ ਆਫਸ਼ੋਰ ਆ ਤੇ ਅਗਰ ਮੈਂ ਗਲੋਬਲ ਟੈਲੈਂਟ ਵੀਜ਼ਾ ਅਪਲਾਈ ਕਰਨਾ ਹੋਵੇ ਤਾਂ ਇਟਸ ਸੇਮ ਕੰਡੀਸ਼ਨਸ ਆਫਸ਼ੋਰ ਵਾਸਤੇ ਵੀ? ਹਾਂਜੀ ਬਿਲਕੁਲ ਪਰਮਿੰਦਰ ਜੀ, ਇਹ ਚ ਆਫਸ਼ੋਰ ਤੇ ਔਨਸ਼ੋਰ ਦਾ ਕੋਈ ਫਰਕ ਹੀ ਨਹੀਂ ਹੈਗਾ ਜੀ। ਸਿਰਫ ਇਹਦੇ ਵਿੱਚ ਮੇਰੇ ਹਿਸਾਬ ਨਾਲ ਕੀ ਪੁਆਇੰਟ ਕੀ ਹੈਗਾ ਜੀ, ਨੋਮੀਨੇਟਰ ਟੂ ਫਾਈਂਡ ਦ ਨੋਮੀਨੇਟਰ ਆਫ ਅ ਨੈਚੁਰਲ ਰੈਪੂਟੇਸ਼ਨ, ਦੈਟ ਇਜ਼ ਅ ਕੀ ਪੁਆਇੰਟ ਜੀ। ਤੇ ਸਵਾਲ ਇੱਕ ਹੋਰ ਤਨੇਜਾ ਸਾਹਿਬ ਦਾ ਆਇਆ ਤੇ ਕਹਿ ਰਹੇ ਨੇ ਕਿ ਬਿਜ਼ਨਸ ਵੀਜ਼ਾ ਰਿਗਾਰਡਿੰਗ ਵੀ ਇਨਫੋਰਮੇਸ਼ਨ ਮਿਲ ਸਕਦੀ ਹੈ। ਜ਼ਰੂਰ ਜੀ, ਆਪਾਂ ਅਗਲੇ ਹਫਤੇ ਫਿਰ ਜ਼ਰੂਰ ਚਾਹਾਂਗੇ ਕਿ ਬਾਂਸਲ ਜੀ ਲੈ ਕੇ ਆਉਣ ਜਦੋਂ ਵੀ ਨੈਕਸਟ ਟਾਈਮ ਸਾਡੇ ਨਾਲ ਆਉਣਗੇ ਬਿਜ਼ਨਸ ਵੀਜ਼ਾਸ ਦੇ ਰਿਲੇਟਡ। ਤੇ ਉਸ ਤੋਂ ਬਾਅਦ ਨਕੁਲ ਜੀ ਕਹਿ ਰਹੇ ਨੇ ਥੋੜੇ ਹੋਰ ਸਵਾਲ ਨੇ ਹੁਣ ਆਏ, ਆਪਾਂ ਉਹਨਾਂ ਵੱਲ ਚੱਲਦੇ ਹਾਂ। ਤੇ ਨਕੁਲ ਜੀ ਕਹਿ ਰਹੇ ਨੇ ਕਿ ਮੀ ਐਂਡ ਮਾਈ ਵਾਈਫ ਆਰ ਲੈਫਟ ਵਿਦ TR ਵੀਜ਼ਾ ਟਿਲ October 2021। ਅੱਛਾ ਜੀ। ਮੇਰੀ ਮਾਈ ਵਾਈਫ ਇਜ਼ ਸੌਫਟਵੇਅਰ ਐਪਲੀਕੇਸ਼ਨ ਪ੍ਰੋਗਰਾਮਰ, 8 each in PTE and NATI also done. And should I do any study course which will help us further for PR? ਨਕੁਲ ਜੀ ਦੇਖੋ, ਇਜ਼ ਆਲਵੇਜ਼ ਗੁੱਡ ਟੂ ਹੈਵ ਅਨਦਰ ਵਰਟੀਕਲ ਜੀ, ਮਤਲਬ ਕਿ ਜਿੰਨੀਆਂ ਆਪਸ਼ਨਸ ਤੁਸੀਂ ਲੈ ਕੇ ਚੱਲੋਗੇ ਉਹਨਾਂ ਫਾਇਦਾ ਹੀ ਹੈ ਜੀ। ਜਿਵੇਂ ਕਿ ਜੇ ਤੁਸੀਂ ਵੀ ਐਕਸਟਰਾ ਕਰਨਾ ਚਾਹੁੰਦੇ ਹੋ ਤਾਂ ਗੁੱਡ ਜੀ, ਪਰ ਇੱਕ ਚੀਜ਼ ਧਿਆਨ ਦੇਣ ਦੀ ਲੋੜ ਹੈ ਜੀ, ਜੇ ਤੁਸੀਂ ਉਰੇ ਕਦੇ ਵੀ ਆਪਣੇ ਇੰਡੀਪੈਂਡੈਂਟ ਸਟੂਡੈਂਟ ਵੀਜ਼ੇ ਨਹੀਂ ਰਹੇ ਤਾਂ ਤੁਸੀਂ ਜੌਬ ਰੈਡੀ ਪ੍ਰੋਗਰਾਮ ਨਹੀਂ ਕਰ ਸਕਦੇ। ਤਾਂ ਜੇ ਤੁਸੀਂ ਹਮੇਸ਼ਾ ਆਪਣੀ ਵਾਈਫ ਦੇ ਨਾਲ ਹੀ ਆਏ ਸੀਗੇ ਜੀ, ਤਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਕੋਰਸ ਕਰੋ ਜਿਹਦੇ ਵਿੱਚ ਵਰਕ ਐਕਸਪੀਰੀਅੰਸ ਦੀ ਲੋੜ ਨਾ ਹੋਵੇ, ਜਾਂ 20 ਆਵਰ ਵਰਕ ਐਕਸਪੀਰੀਅੰਸ ਦੇ ਨਾਲ ਤੁਹਾਡੀ ਸਕਿੱਲ ਅਸੈਸਮੈਂਟ ਹੋ ਜਾਵੇ। ਆ ਗਿਵ ਯੂ ਸਮ ਐਗਜ਼ਾਮਪਲ ਜੀ, ਜਿਵੇਂ ਕਿ ਤੁਸੀਂ ਨਰਸਿੰਗ ਕਰ ਸਕਦੇ ਹੋ ਜੀ, ਕੁਝ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸਿਸ ਨੇ ਜੀ, ਜਿਵੇਂ ਟੈਲੀਕਮਿਊਨੀਕੇਸ਼ਨ, ਸਿਵਲ ਇੰਜੀਨੀਅਰਿੰਗ, ਜਿਹਦੇ ਵਿੱਚ ਤੁਸੀਂ ਕਰਕੇ ਬਿਨਾਂ ਐਕਸਪੀਰੀਅੰਸ ਤੋਂ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ ਜੀ। ਜਾਂ ਫਿਰ ਮੈਨੇਜਰੀਅਲ ਕੋਰਸ ਨੇ ਜੀ, ਜਿਵੇਂ ਟਰਾਂਸਪੋਰਟ ਮੈਨੇਜਰ ਹੋ ਗਿਆ ਜਾਂ ਰੈਸਟੋਰੈਂਟ ਮੈਨੇਜਰ ਹੋ ਗਿਆ, ਤੁਸੀਂ ਉਹਦੇ ਵਿੱਚ ਵੀ 20 ਆਵਰ ਪਰ ਵੀਕ ਦਾ ਐਕਸਪੀਰੀਅੰਸ ਲੈ ਕੇ ਸਕਿੱਲ ਅਸੈਸਮੈਂਟ ਕਰਵਾ ਸਕਦੇ ਹੋ ਜੀ। ਆਈ ਹੋਪ ਕਿ ਨਕਲ ਜੀ ਤੁਹਾਨੂੰ ਇਹ ਹੈਲਪਫੁਲ ਲੱਗਿਆ ਹੋਏਗਾ ਆਨਸਰ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਇਧਰ ਜੁਝਾਰ ਜੀ ਕਹਿ ਰਹੇ ਨੇ ਇਹਨਾਂ ਦੇ ਭਾਜੀ ਨੇ ਉਹ ਸਟੂਡੈਂਟ ਵੀਜ਼ਾ ਤੇ ਨੇ ਇੱਥੇ, ਤੇ ਉਹਨਾਂ ਦੇ ਭਾਜੀ ਨੇ ਜਿਹੜਾ ਆਪਣੀ ਵਾਈਫ ਦਾ ਜਿਹੜਾ ਆ ਡਿਪੈਂਡੈਂਟ ਵੀਜ਼ਾ ਫਾਈਲ ਕੀਤਾ ਸੀ ਜੂਨ 2019 ਦੇ ਵਿੱਚ। ਕਹਿੰਦੇ ਨੇ ਕਦੋਂ ਕੁ ਚਾਂਸ ਨੇ ਵੀਜ਼ਾ ਆਉਣ ਦੇ, ਅਜੇ ਤੱਕ ਨਹੀਂ ਆਏ, ਤੇ ਕਿੰਨੇ ਕੁ ਚਾਂਸ ਨੇ? ਦੇਖੋ ਕਿੰਨੇ ਚਾਂਸਸ ਨੇ ਥੋੜਾ ਔਖਾ ਜੀ ਯਾਰ ਜੀ, ਕਿਉਂਕਿ ਆਈ ਡੋਨਟ ਹੈਵ ਐਨੀ ਕੁਆਲੀਫਿਕੇਸ਼ਨ, ਮਤਲਬ ਥੋੜੀ ਡਾਕੂਮੈਂਟ ਨਹੀਂ ਹੈਗੀ ਜੀ ਮੇਰੇ ਕੋਲ ਇਸ ਟਾਈਮ ਜੀ। ਤਾਂ ਪਰ ਆਉਣ ਦੇ ਚਾਂਸ ਜਲਦੀ ਨੇ ਜੀ। ਹੁਣ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਵੀ ਆਫਸ਼ੋਰ ਵੀਜ਼ੇ ਹੁਣ ਇਹਨਾਂ ਨੇ ਪਹਿਲਾਂ ਰੋਕੇ ਹੋਏ ਸੀ ਜੀ, ਤੇ ਹੁਣ ਉਹ ਗ੍ਰਾਂਟ ਕਰਨੇ ਸ਼ੁਰੂ ਕਰਨਗੇ ਹੋਪਫੁਲੀ ਵਿਦਿਨ ਫਿਊ ਮੰਥਸ, ਤੁਹਾਡੀ ਬਲਕਿ ਗ੍ਰਾਂਟ ਆਣੇ ਸ਼ੁਰੂ ਹੋ ਜਾਣਗੇ ਜੀ। ਵੈਸੇ ਆਣੇ ਤਾਂ ਸ਼ੁਰੂ ਹੋ ਵੀ ਗਏ ਨੇ ਤੇ ਤੁਹਾਡਾ ਵੀ ਜਲਦੀ ਆ ਜਾਊਗਾ ਜੀ। ਤੇ ਕਿਰਨ ਜੀ ਕਹਿ ਰਹੇ ਨੇ ਕਿ ਕਿੰਨਾ ਟਾਈਮ ਲੱਗ ਰਿਹਾ 491 ਵਿਕਟੋਰੀਆ ਵਾਸਤੇ, ਕਿਉਂਕਿ ਕਹਿੰਦੇ ਸਾਰਾ ਕੁਝ ਸਬਮਿਟ ਕੀਤਾ ਹੋਇਆ ਹੈ, ਤੇ ਕਿੰਨਾ ਟਾਈਮ ਲੱਗੇਗਾ ਹੁਣ ਵੀਜ਼ਾ ਤੇ 491 ਜਿਹੜੀ ਹੈ ਗ੍ਰਾਂਟ ਹੋਣ ਵਾਸਤੇ? ਜੁਲਾਈ ਤੋਂ ਬਾਅਦ ਕਿਤੇ ਨਾ ਕਿਤੇ ਜੀ ਇਹਨਾਂ ਨੇ ਮੈਨੂੰ ਲੱਗਦਾ ਰੋਕਿਆ ਹੋਇਆ ਜੀ। ਤਾਂ ਟਾਈਮ ਮੇਰੇ ਖਿਆਲ ਨਾਲ ਤਾਂ ਬਜਟ ਤੇ ਡਿਪੈਂਡ ਕਰਦਾ ਕਦੋਂ ਤੱਕ ਦੇਣਗੇ ਜੀ, ਹੋਪਫੁਲੀ ਵਿਦਿਨ ਫਿਊ ਵੀਕਸ ਟੂ ਮੰਥਸ। ਇੱਕ ਅਜੇ ਤੁਹਾਨੂੰ ਹੁਣ ਪ੍ਰੈਡਿਕਸ਼ਨ ਕਰਨੀ ਪੈਣੀ ਹੈ। ਸਵਾਲ ਆਇਆ, ਕਹਿ ਰਹੇ ਨੇ ਕਿ ਕੋਈ ਚਾਂਸਸ ਨੇ ਡਿਪਾਰਟਮੈਂਟ ਵੱਲੋਂ ਕਿ ਉਹ ਰੀਜਨਲ ਪੋਸਟ ਕੋਡਸ ਦੇ ਵਿੱਚ ਚੇਂਜ ਕਰ ਸਕਦੇ ਨੇ ਅਕਤੂਬਰ ਦੇ ਵਿੱਚ? ਨਹੀਂ ਮੈਨੂੰ ਨਹੀਂ ਲੱਗ ਰਿਹਾ ਜੀ, ਕਿਉਂਕਿ ਇਹ ਬਹੁਤ ਵੱਡੀ ਚੀਜ਼ ਸੀ, ਇਹਨਾਂ ਨੇ ਹੁਣੀ ਰੀਸੈਂਟ ਕੀਤੀ ਹੈ, ਤੇ ਮੇਰੇ ਖਿਆਲ ਨਾਲ ਲੱਗੇ ਅਗਲੇ ਆਪਾਂ ਜਿਸ ਹਿਸਾਬ ਨਾਲ ਉਹਨੇ ਗਵਰਨਮੈਂਟ ਸ਼੍ਰਿੰਕ ਹੋ ਗਿਆ, ਮੈਨੂੰ ਲੱਗਦਾ ਮੈਲਬਨ ਦਾ ਰੀਜਨਲ ਕਰਦੇ, ਬਟ ਨਹੀਂ ਮੈਨੂੰ ਲੱਗ ਨਹੀਂ ਰਿਹਾ ਜੀ ਵੀ ਅਗਲੇ 2-3 ਸਾਲ ਤੱਕ ਰੀਜਨਲ ਪੋਸਟ ਕੋਡ ਦੇ ਵਿੱਚ ਕੋਈ ਬਦਲਾਅ ਆਊਗਾ ਜੀ। ਵਿਸ਼ੂ ਜੀ ਕਹਿ ਰਹੇ ਨੇ ਸਰ 485 ਕੰਬਾਈਨਡ ਐਪਲੀਕੇਸ਼ਨ ਕਿੰਨਾ ਟਾਈਮ ਲੱਗਦਾ ਹੈ? ਮੈਂ ਤੇ ਮੇਰਾ ਬੇਟਾ ਇੰਡੀਆ ਹਾਂ, ਮੇਰੀ ਵਾਈਫ ਪਰਥ ਦੇ ਵਿੱਚ ਹੈ, ਸਿੰਗਲ ਐਪਲੀਕੇਸ਼ਨ ਲਗਾਈਏ? ਉਸ ਤੋਂ ਬਾਅਦ ਨਹੀਂ ਕੁਝ ਇਹਨਾਂ ਨੇ ਲਿਖਿਆ, ਤੇ ਇਹੀ ਲਿਖਿਆ ਕਿ 485 ਕੰਬਾਈਨਡ। 485 ਤੇ ਡਿਪੈਂਡ ਹੀ ਨਹੀਂ ਕਰਦਾ, ਫਰਕ ਹੀ ਪੈਂਦਾ। ਤੁਸੀਂ ਆਪਣੇ ਜੇ ਤੁਸੀਂ ਬੱਚੇ ਹੋ, ਤੁਸੀਂ ਦੋਨਾਂ ਦੀ ਫਾਈਲ ਇਕੱਠੀ ਲਗਾਓ ਜੀ, ਸਿੰਗਲ ਲਾਓ ਜਾਂ ਡਬਲ ਲਾਓ, ਕੋਈ ਫਰਕ ਹੀ ਨਹੀਂ ਪੈਣਾ ਜੀ।
ਬਟ ਹੁਣ ਜਲਦੀ ਲਗਾ ਦਿਓ ਕਿਉਂਕਿ ਕਿਤੇ ਨਾ ਕਿਤੇ ਡਿਪਾਰਟਮੈਂਟ ਨੇ ਹੁਣ ਪ੍ਰੋਸੈਸਿੰਗ ਸ਼ੁਰੂ ਕਰ ਦੇਣੀ ਹੈ ਜੀ, ਤੇ ਜਿੰਨੀ ਜਲਦੀ ਫਾਈਲ ਆਉਂਗੇ ਇਟਸ ਬੈਟਰ ਬੀ ਇਨ ਦ ਲਾਈਨ, ਬਟ traveling may be restricted until January 2021। ਜੀ ਤੇ ਸਿੰਘ ਸਰਾਓ ਜੀ ਦੇ ਸਿਸਟਰ ਇੱਥੇ ਨੇ ਟੂਰਿਸਟ ਵੀਜ਼ਾ ਤੇ ਉਹ ਚਾਹੁੰਦੇ ਨੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਤੇ ਉਹਦੇ ਬਾਰੇ ਜਾਣਕਾਰੀ ਚਾਹੁੰਦੇ ਨੇ। ਜਾਣਕਾਰੀ ਸਰ ਬਿਲਕੁਲ ਕਰ ਸਕਦੇ ਆ ਜੀ, ਤੇ ਹਜੇ ਵੀ ਆਪਣੇ ਕੋਲ ਆਪਸ਼ਨ ਹੈ ਕਿ ਆਪਾਂ ਬਿਨਾ ਆਇਲਟਸ ਦੇ ਬਿਨਾ ਫੰਡਸ ਤੋਂ ਆਪਾਂ ਵੀਜ਼ਾ ਪਾ ਸਕਦੇ ਹਾਂ ਜੀ, ਤੇ ਵੀਜ਼ਾ ਫੀਸ ਤਾਂ ਲੱਗਣੀ ਹੈ ਜੀ। ਬਾਕੀ ਹੋਰ ਕੋਈ ਜਾਣਕਾਰੀ ਚਾਹੀਦੀ ਤੁਸੀਂ ਪਲੀਜ਼ ਕਾਲ ਕਰ ਲਓ, ਟੈਲ ਅਸ ਬਿਟ ਮੋਰ ਅਬਾਊਟ ਯੋਰਸੈਲਫ, ਤੇ ਫਿਰ ਅਸੀਂ ਤੁਹਾਨੂੰ ਜ਼ਿਆਦਾ ਵਧੀਆ ਗਾਈਡ ਕਰ ਸਕਦੇ ਹਾਂ। ਬਿਲਕੁਲ ਜੀ, ਜਿਵੇਂ ਕਿ ਪਹਿਲਾਂ ਵੀ ਆਪਾਂ ਦੱਸ ਰਹੇ ਹਾਂ ਕਿ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਇਹਨਾਂ ਦੇ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਤੁਹਾਨੂੰ ਜਿਹੜੇ ਨੇ ਉਹ ਜਿਹੜੇ ਨੰਬਰ ਤੁਹਾਨੂੰ ਮਿਲ ਜਾਣਗੇ, ਤੇ ਨਹੀਂ ਤਾਂ ਤੁਹਾਨੂੰ ਇੱਥੇ ਇੱਕ ਵਾਰ ਫਿਰ ਤੋਂ ਨੰਬਰ ਮੈਂ ਦੱਸ ਹੀ ਦਿੰਦਾ 0406 660 ਤੇ 960। ਕਿਆ ਬਾਤ ਹੈ, ਨੰਬਰ ਬਹੁਤ ਹੀ ਰਲਦਾ ਮਿਲਦਾ 0406 660 960, ਤੇ ਇਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਜੌਨ ਗਰਗ ਕਿਆ ਬਾਤ ਹੈ, ਕਹਿ ਰਹੇ ਨੇ ਹੈਲੋ ਸਰ, ਮਾਈ ਮੈਡੀਕਲ ਇਜ਼ ਗੋਇੰਗ ਟੂ ਐਕਸਪਾਇਰ ਔਨ 19th of August 4489 which was lodged in October in Southern Inland, and I have sent an email 15 days ago about medical going to expire. Now what should I do, as they requested AFP and medical for my wife 2 months ago, which was provided around a month ago. Now what should I do? Can I send another email to immigration about my medical expiration date? ਵੈਸੇ ਕੋਈ ਇਹਦੇ ਵਿੱਚ ਡੇਟ ਸੈਂਡ ਕਰਨ ਦੀ ਲੋੜ ਨਹੀਂ ਹੈਗੀ ਜੀ, ਉਹਨਾਂ ਨੂੰ ਪਤਾ ਹੀ ਹੋਣਾ ਇਸ ਚੀਜ਼ ਬਾਰੇ। ਤੇ ਪਰ ਇੱਕ ਚੀਜ਼ ਅਨਫੋਰਚੂਨੇਟਲੀ ਇਹ ਹੈ ਜੀ, ਜੇ ਉਹ ਡੇਟ ਪਾਸ ਹੋ ਗਈ ਤਾਂ ਤੁਹਾਨੂੰ ਦੁਬਾਰਾ ਤੋਂ ਕਰਾਉਣਾ ਪੈਣਾ ਜੀ, ਕਿਉਂਕਿ ਮੈਡੀਕਲਸ ਆਰ ਓਨਲੀ ਵੈਲਿਡ ਫॉर 12 ਮੰਥਸ, ਤੇ ਦੇ ਮਸਟ ਬੀ ਵੈਲਿਡ ਐਟ ਦ ਟਾਈਮ ਆਫ ਡਿਸੀਜਨ। ਤਾਂ ਜੇ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ, ਤੁਹਾਡਾ ਵੀਜ਼ਾ ਨਹੀਂ ਦਿੱਤਾ, ਤਾਂ ਉਹ ਤੁਹਾਨੂੰ ਤੋਂ ਦੁਬਾਰਾ ਤੋਂ ਮੰਗਣਗੇ ਜੀ, ਸੇਮ ਐਜ਼ AFP ਜੇ ਤੁਹਾਡੀ ਐਕਸਪਾਇਰ ਹੋ ਗਈ ਜੀ। ਤੇ ਇੱਧਰ ਸਲੋਨੀ ਜੀ ਕਹਿ ਰਹੇ ਨੇ ਬਹੁਤ ਇੰਪੋਰਟੈਂਟ ਕੁਐਸਚਨਸ ਆ ਕਿ ਅਗਰ ਕਿਸੇ ਦਾ ਲੌਂਗ ਟਰਮ ਟੂਰਿਸਟ ਵੀਜ਼ਾ ਉਹਦਾ ਟੈਨਿਓਰ ਸਟੇ ਖਤਮ ਹੋ ਚੁੱਕਾ ਹੈ, ਤੇ ਹੁਣ ਅਗਲਾ ਪਲਾਨ ਕੀ ਹੋਣਾ ਚਾਹੀਦਾ? ਵਾਟ ਇਜ਼ ਦ ਨੈਕਸਟ ਪਲਾਨ ਆਫ ਐਕਸ਼ਨ ਕੰਸੀਡਰਿੰਗ ਦਿਸ COVID-19 ਸਿਚੁਏਸ਼ਨ? ਸੌਰੀ ਹੈ ਜੀ, ਪਰ ਇਹਦੇ ਦਾ ਡਿਪੈਂਡ ਕਰਦਾ ਪਰਸਨ ਟੂ ਪਰਸਨ, ਤੁਸੀਂ ਕੀ ਚਾਹੁੰਦੇ ਹੋ। ਐਟ ਦੀ ਐਂਡ ਆਫ ਦੀ ਡੇ ਕੀ ਹੋ ਸਕਦਾ ਇਹਦੇ ਵਿੱਚ ਇਹ ਹੈ ਜੀ, ਤੁਸੀਂ ਫਰਦਰ ਟੂਰਿਸਟ ਵੀਜ਼ਾ ਪਾ ਸਕਦੇ ਹੋ, ਸਟੂਡੈਂਟ ਵੀਜ਼ਾ ਪਾ ਸਕਦੇ ਹੋ, ਜਾਂ ਤੁਸੀਂ ਜੇ ਕੋਈ ਏਜ ਦੇ ਡਿਪੈਂਡ ਕਰਦਾ ਤੁਸੀਂ ਪੇਰੈਂਟਸ ਵੀਜ਼ੇ ਜਿਹੜੇ ਵੀਜ਼ੇ ਲਈ ਐਲੀਜੀਬਲ ਤੁਸੀਂ ਪਾ ਸਕਦੇ ਹੋ। ਕੋਈ ਫਰਦਰ ਪਲਾਨ ਆਫ ਐਕਸ਼ਨ ਦਾ ਆਈ ਥਿੰਕ ਇਜ਼ ਅ ਵੈਰੀ ਲਾਈਕ ਅ ਬ੍ਰੌਡ ਕੁਐਸਚਨ, ਬੜਾ ਕੁਝ ਕਰ ਸਕਦੇ ਹੋ ਜੀ। ਤੇ ਨਾਲ ਉਹਨਾਂ ਨੇ ਕਿਹਾ ਕਿ ਸਟੇ ਜਦੋਂ ਓਵਰ ਹੋ ਗਿਆ ਹੋਵੇ ਫਿਰ ਵੀ ਇੱਥੇ ਰਹਿ ਰਹੇ ਨੇ, ਮਤਲਬ ਜਿਹੜਾ ਸਟੇ ਓਵਰ ਹੋ ਗਿਆ ਜੀ। ਹਾਂਜੀ, ਉਹਦੇ ਥੋੜੀ ਆਪਸ਼ਨਸ ਲਿਮਿਟਡ ਨੇ ਜੀ, ਫਿਰ ਹੁਣ ਅਗਲਾ ਕੁਝ ਨਹੀਂ ਵੀ ਡਿਪੈਂਡ ਕਰਦਾ ਕਿੰਨੇ ਓਵਰਸਟੇ ਹੋ ਚੁੱਕੇ ਨੇ ਜੀ। ਜੀ ਤੇ ਆਪਣੀ ਸਾਰੀ ਤੁਸੀਂ ਡਿਟੇਲਸ ਦੇ ਨਾਲ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਬੈਟਰ ਹੈ ਜੀ, ਜੇ ਅਸੀਂ ਓਵਰਸਟੇ ਹੋ ਚੁੱਕੇ ਤਾਂ ਉਹਦੇ ਪਬਲਿਕ ਫੋਰਮ ਤੇ ਨਾ ਪੋਸਟ ਪਾਈ ਜਾਵੇ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਵੀ ਵੀ ਹੈਪੀ ਟੂ ਹੈਲਪ ਜੀ। Jessica Gill ji ਕਹਿ ਰਹੇ ਨੇ I'm doing masters in business analytics and I want to start painting course with my masters. What are the future scope regarding PR in painting, as I have started doing painting job also with good employer? ਜੈਸਿਕਾ ਜੀ ਬਹੁਤ ਵਧੀਆ ਗੱਲ ਹੈ ਜੀ, ਮੇਰੇ ਖਿਆਲ ਨਾਲ ਮੈਂ ਸਾਰਿਆਂ ਨੂੰ ਇਹੀ ਗਾਈਡ ਕਰਦਾ ਜੀ, ਜੇ ਤੁਸੀਂ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੇ ਪੜ੍ਹਾਈ ਕਰ ਰਹੇ ਹੋ ਜੀ, ਤਾਂ PR ਦੀ ਟੈਨਸ਼ਨ ਨਾ ਲਓ, ਬਾਈ ਹੁੱਕ ਔਰ ਬਾਈ ਕਰੂਕ PR ਥੋੜੀ ਹੋ ਹੀ ਜਾਣੀ ਹੈ ਜੀ। ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਕਿਉਂਕਿ ਇਹ ਸਾਰਿਆਂ ਦੀ ਹੀ ਬੰਦ ਹੈ, ਪਰ ਜਦੋਂ ਖੁੱਲੂਗੀ ਤਾਂ ਡੈਫੀਨਿਟਲੀ ਦੇ ਵਿਲ ਵਾਚ ਆਊਟ ਫॉर ਪੀਪਲ ਹੂ ਆਰ ਐਕਚੁਅਲੀ ਜੈਨੂਇਨਲੀ ਵਰਕਿੰਗ ਇਨ ਦ ਏਰੀਆ, ਚਾਹੇ ਉਹ IT ਜਾਂ ਅਕਾਊਂਟਿੰਗ ਵੀ ਹੈ ਜੀ। ਕਿਤੇ ਨਾ ਕਿਤੇ ਆਪਾਂ ਉੱਥੇ ਮਾਰ ਖਾ ਜਾਂਦੇ ਹਾਂ ਜਦੋਂ ਆਪਣੇ ਕੋਲ ਰੈਲੀਵੈਂਟ ਐਕਸਪੀਰੀਅੰਸ ਨਹੀਂ ਹੁੰਦਾ ਜੀ, ਆਪਣੇ ਕੋਲ ਰੈਲੀਵੈਂਟ ਸਕਿੱਲਸ ਨਹੀਂ ਹੁੰਦੇ, ਪਰ ਵੀ ਟਰਾਈ ਟੂ ਪੁਸ਼ ਇਟ ਥਰੂ। ਹੁਣ ਉਹ ਚੀਜ਼ ਨਿਕਲ ਚੁੱਕੀ ਹੈ ਜੀ, ਹੁਣ ਕਿਤੇ ਨਾ ਕਿਤੇ ਉਹ ਕਹਿੰਦੇ ਵੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਦੇ ਨਾਲ ਰੈਲੀਵੈਂਟ ਐਕਸਪੀਰੀਅੰਸ ਵੀ ਹੋਣਾ ਚਾਹੀਦਾ। ਤੇ ਪਲੀਜ਼ ਨੋਟ ਕਿ ਮੈਂ ਬ੍ਰੌਡ ਟਰਮ ਤੇ ਗੱਲ ਕਰ ਰਿਹਾ, ਨੋਟ ਟਾਕਿੰਗ ਅਬਾਊਟ ਇਨ ਪਾਰਟਿਕੂਲਰ ਪੇਂਟਿੰਗ ਜਾਂ ਅਕਾਊਂਟਿੰਗ ਜਾਂ IT, ਵੀ ਤੁਸੀਂ ਜਿਹੜਾ ਵੀ ਜੇ ਤੁਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਯੂ ਆਰ ਡੂਇੰਗ ਫੈਂਟੈਸਟਿਕ, ਤੇ ਜਸਟ ਵੇਟ, ਤੁਸੀਂ PR ਹੋ ਜਾਓਗੇ ਜੀ। ਮਨਵੀਰ ਜੀ ਕਹਿ ਰਹੇ ਨੇ ਹੈਲੋ ਸਰ, ਆਮ ਓਵਰਸੀਜ਼ ਨਰਸ ਐਂਡ ਹੇਅਰ ਆਈ ਹੈਵ ਕੰਪਲੀਟਡ ਮਾਈ ਬ੍ਰਿਜਿੰਗ ਪ੍ਰੋਗਰਾਮ, ਐਮ ਆਈ ਐਲੀਜੀਬਲ ਫॉर 190 ਵੀਜ਼ਾ ਇਨ ਵਿਕਟੋਰੀਆ? ਇਹਦੇ ਲਈ ਦੇਖਣਾ ਪੈਣਾ ਜੀ, ਕਿਉਂਕਿ ਹਜੇ ਤਾਂ ਵੈਸੇ 190 ਤੇ 491 ਸਾਰੀ ਪਾਉਂਦੇ ਨੇ ਮਨਵੀਰ ਜੀ। ਮੇਕ ਸ਼ੋਰ ਵੀ ਤੁਸੀਂ ਆਪਣਾ ਵੀਜ਼ਾ ਆਪਣੇ ਆਪ ਦਾ ਸਟੇਟਸ ਉਹਦੇ ਲੀਗਲ ਰੱਖੋ ਜਿੰਨਾ ਚਿਰ ਤੁਸੀਂ ਹੈਗੇ ਹੋ ਜੀ, ਤੇ ਜਦੋਂ ਹੀ ਖੋਲਦਾ ਜੀ ਵੀ ਵਿਲ ਡੈਫੀਨਿਟਲੀ ਲੈਟ ਯੂ ਨੋ ਥਰੂ ਰੇਡੀਓ ਹਾਂਜੀ ਐਂਡ ਥਰੂ ਆਵਰ ਪੇਜ ਜੀ। ਤੇ ਗੁਰਸੀਰਤ ਜੀ ਕਹਿ ਰਹੇ ਨੇ ਥੋੜੀ ਕੁਈਨਜ਼ਲੈਂਡ ਬਿਜ਼ਨਸ ਵੀਜ਼ਾ ਜਿਹੜਾ ਲੀਡਿੰਗ ਟੂ 491 ਹੋਵੇ, ਉਹਦੇ ਵਾਸਤੇ ਕ੍ਰਾਈਟੇਰੀਆ ਕੀ ਹੋ ਸਕਦਾ? ਕ੍ਰਾਈਟੇਰੀਆ ਸਰ ਖੁੱਲ੍ਹਣ ਤੋਂ ਪਹਿਲਾਂ ਸੀਗਾ, ਉਹਦੇ 2-3 ਕ੍ਰਾਈਟੇਰੀਆ ਸੀ ਜੀ। ਤੁਹਾਡੇ ਕੋਲ 3 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਸੀਗਾ ਕੁਈਨਜ਼ਲੈਂਡ ਦੇ ਵਿੱਚ, ਕੁਈਨਜ਼ਲੈਂਡ ਦੇ ਰੀਜਨਲ ਦੇ ਵਿੱਚ, ਜਾਂ ਬਿਜ਼ਨਸ ਤੁਸੀਂ ਉੱਥੇ $1 ਲੱਖ ਦਾ ਕੇ ਬਿਜ਼ਨਸ ਖੋਲ ਲਓ। ਉਹਦੀਆਂ ਫਰਦਰ ਕੁਆਲੀਫਿਕੇਸ਼ਨ ਸੀਗੀਆਂ, ਤੁਹਾਨੂੰ 2 PR ਦੇ ਸਿਟੀਜ਼ਨ ਬੰਦੇ ਨੂੰ ਜੌਬ ਦੇਣੀ ਪੈਣੀ ਹੈ ਜੀ, ਤੇ ਤੁਸੀਂ ਕਿਸੇ ਨਾਲ ਮਿਲ ਕੇ ਔਨ ਨਹੀਂ ਕਰ ਸਕਦੇ, ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟਸ ਹੋਣੇ ਚਾਹੀਦੇ ਨੇ। ਪਰ ਕਿਤੇ ਨਾ ਕਿਤੇ ਮੈਂ ਉਸ ਚੀਜ਼ ਨੂੰ ਹਜੇ ਕੰਸੀਡਰ ਨਹੀਂ ਕਰ ਰਿਹਾ, ਕਿਉਂਕਿ ਜਦ ਸਟੇਟਸ ਕੋਲ ਕੋਟਾ ਹੀ ਨਹੀਂ ਹੈਗਾ ਜੀ,
there is no point going through that. ਉਹਦੇ ਨਾਲੋਂ ਤਸਮਾਨੀਆ ਚ better option ਸੀ ਕਿ you can just go and open a business and prove that you have an income of 54,000 and they will give you 190. ਜੇ ਤੁਸੀਂ ਬਿਜ਼ਨਸ ਖੋਲਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਨਾਲ ਪੁਰਾਣੇ ਰੂਲਾਂ ਦੇ ਵਿੱਚ ਤਸਮਾਨੀਆ ਵਾਜ਼ ਅ ਫਾਰ ਬੈਟਰ ਆਪਸ਼ਨ ਦੈਨ ਕੁਇਨਜ਼ਲੈਂਡ। ਜੀ ਤੇ ਪਰਮਿੰਦਰ ਜੀ ਕਹਿ ਰਹੇ ਨੇ ਕਿ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਇੰਡੀਆ ਦੇ ਵਿੱਚ ਕੰਪਲੀਟ ਕੀਤੀ ਹੋਈ ਹੈ ਤੇ 3 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਵੀ ਹੈ ਤੇ ਕਹਿੰਦੇ ਮੈਂ ਅਪਲਾਈ ਕਰ ਸਕਦਾ ਫਿਰ ਉਹ ਗਲੋਬਲ ਵੀਜ਼ਾ ਵਾਸਤੇ। ਸਰ ਜੀ ਦੇਖੋ ਗਲੋਬਲ ਵੀਜ਼ੇ ਵਿੱਚ ਐਜ਼ ਆਈ ਟੋਲਡ ਯੂ ਜੀ ਇਹ ਬੜਾ ਹੀ ਡਿਸਕ੍ਰਿਸ਼ਨਰੀ ਵੀਜ਼ਾ ਜੀ ਤੇ ਇੱਕ ਫੈਕਟਰ ਨਹੀਂ ਹੈਗਾ ਜੀ ਇਹਦੇ ਵਿੱਚ। ਮੇਨ ਚੀਜ਼ ਹੈ ਨੈਸ਼ਨਲ ਅਚੀਵਮੈਂਟ ਤੇ ਉਦੋਂ ਬਾਅਦ ਤੁਹਾਡਾ ਨੋਮੀਨੇਟਡ। ਤਾਂ ਇਹਦੇ ਲਈ ਵੀ ਨੀਡ ਲੋਟ ਆਫ ਇਨਫੋਰਮੇਸ਼ਨ। ਸਾਨੂੰ ਤੁਸੀਂ ਸਾਰੀ ਇਨਫੋਰਮੇਸ਼ਨ ਦਿਓ ਫੇਰ ਹੀ ਦੇਖ ਕੇ ਸਾਨੂੰ ਯੈਸ ਜਾਂ ਨੋ ਕਰ ਸਕਦੇ ਜੀ। ਤੇ ਟੀਨਾ ਜੀ ਦਾ ਸਵਾਲ ਹੈ ਕਹਿ ਰਹੇ ਨੇ ਕਿ ਸਕੂਲਿੰਗ ਵੀਜ਼ਾ 10th ਇੰਡੀਆ ਤੋਂ ਕੀਤੀ ਹੈ ਤੇ ਉਸ ਤੋਂ ਬਾਅਦ ਸਕੂਲਿੰਗ ਵੀਜ਼ਾ ਇੱਥੇ ਦਾ ਉਹ ਕਿਸ ਤਰੀਕੇ ਨਾਲ ਮਿਲ ਸਕਦਾ ਹੈ? ਨੋਰਮਲ ਸਟੂਡੈਂਟ ਵੀਜ਼ਾ ਦਾ ਪ੍ਰੋਸੈਸ ਹੀ ਹੈ ਜੀ ਬੱਚੇ +1 +2 ਲਈ ਤੁਹਾਨੂੰ ਇੰਗਲਿਸ਼ ਦੀ ਲੋੜ ਨਹੀਂ ਹੁੰਦੀ ਤੇ ਉਹ ਬੱਚਾ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆ ਤਾਂ ਬਹੁਤ ਵਧੀਆ, ਜੇ ਇੰਡੀਆ ਦੇ ਵਿੱਚ ਆ ਤਾਂ ਮੈਂ ਕਹੂੰਗਾ ਥੋੜੀ ਵੇਟ ਕਰ ਲਓ ਜੀ ਕਿਉਂਕਿ +1 +2 ਆਨਲਾਈਨ ਕਰਨਾ ਉਹ ਤੋਂ ਬੈਟਰ ਆ ਵੀ ਆਪਾਂ ਇੰਡੀਆ ਸ਼ੁਰੂ ਕਰ ਲਈਏ। ਜਦੋਂ ਹੀ ਬਾਰਡਰ ਖੁੱਲਦੇ ਨੇ ਉਦੋਂ ਬਾਅਦ ਆਪਾਂ ਆਸਟ੍ਰੇਲੀਆ ਬੁਲਾ ਸਕਦੇ ਹਾਂ ਬਾਅਦ ਚ। ਜੀ ਤੇ ਹਰਸ਼ਦੀਪ ਜੀ ਦਾ ਸਵਾਲ ਹੈ ਮਾਈ ਗ੍ਰੈਂਡ ਪੈਰੈਂਟਸ ਆਰ ਹੇਅਰ on a year stay, visa ending around January 2021, visa with no further stay conditions. My parents doesn't meet the balance test. In normal circumstances, we would go to India, apply the visa again and come back with a new visa. But what are the options if we have now onshore, since COVID situations in India is escalating? Sir, ਜੇ ਤੁਸੀਂ ਉਰੇ ਹੋ ਤਾਂ ਕੋਈ ਪ੍ਰੋਬਲਮ ਨਹੀਂ। You can always apply to extend your tourist visa ਜੀ। ਮਤਲਬ ਕਿ I shouldn't say extend your visa, you can always apply for a new tourist visa. ਤੇ ਹੁਣ ਅਸੀਂ ਬਹੁਤ ਬੰਦੇ ਦੇ ਪਾਏ ਨੇ ਜੀ, ਬਹੁਤ ਬੰਦੇ ਦੇ ਆਏ ਵੀ ਨੇ ਤਾਂ ਦੇ ਆਰ ਐਕਚੁਅਲੀ ਗ੍ਰਾਂਟਿੰਗ ਅਪ ਟੂ ਅ ਈਅਰ ਐਸ ਵੈਲ। ਤਾਂ ਤੁਸੀਂ ਉਰੇ ਨੋ ਫਰਦਰ ਸਟੇ ਕੰਡੀਸ਼ਨ ਵੇਵ ਕਰਵਾ ਕੇ ਨਵਾਂ ਟੂਰਿਸਟ ਵੀਜ਼ਾ ਬਾਈ ਆਲ ਮੀਨ ਅਪਲਾਈ ਕਰ ਸਕਦੇ ਨੇ। ਨਵਾਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ 870 ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਤੇ ਇਧਰ ਕਹਿ ਰਹੇ ਨੇ ਸਾਨੂੰ ਪੁਨੀਤ ਕੌਰ ਜੀ, ਉਹਨਾਂ ਨੇ ਰੀਸੈਂਟਲੀ ਮਾਸਟਰਸ ਕੰਪਲੀਟ ਕੀਤੀ ਹੈ ਸਾਇੰਸ ਇਨ ਨੈਟਵਰਕ ਸਿਸਟਮਸ, ਮਾਸਟਰਸ ਆਫ ਸਾਇੰਸ ਇਨ ਨੈਟਵਰਕ ਸਿਸਟਮਸ। ਠੀਕ ਹੈ ਜੀ। ਤੇ ਕਹਿ ਰਹੇ ਨੇ ਕਿ would it be beneficial in 19 visa if I lodge my TR in Canberra and pursue my PY over there as well? Professional is always good. Melbourne so far ਜੇ ਆਪਾਂ ਪੁਰਾਣੀ ਹਿਸਟਰੀ ਦੇਖੀਏ ਤਾਂ ਮੈਲਬਨ ਨੇ ਆਪਣੇ ਲੋਕਲ ਗ੍ਰੈਜੂਏਟ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਦਿੱਤਾ unless until they be in engineering ਦੇ ਵਿੱਚ ਜਾਂ ਨਰਸਿੰਗ ਦੇ ਵਿੱਚ ਹੋਣ। ਤਾਂ ਜੇ IT ਦੇ ਵਿੱਚ ਸਪੈਸ਼ਲੀ ਜੇ ਤੁਸੀਂ ਮੈਲਬਨ ਤੋਂ ਬਾਹਰ ਕਿਤੇ ਵੀ ਪੜੋਗੇ ਤੇ ਕੰਮ ਕਰੋਗੇ ਤਾਂ ਵਧੀਆ ਹੀ ਹੈ। ਪਰ ਕਿੰਨਾ ਕੁ ਵਧੀਆ ਇਹ ਹਜੇ ਦੱਸਣਾ ਥੋੜਾ ਔਖਾ ਜੀ ਕਿਉਂਕਿ ਜਦ ਤੱਕ ਨਵੇਂ ਰੂਲ ਨਹੀਂ ਆਉਂਦੇ ਵੀ ਕਾਂਟ ਕਨਫਰਮ ਜੀ। ਤੇ ਸਿੰਘ ਸਰਾਓ ਜੀ ਕਹਿ ਰਹੇ ਨੇ ਸਰ ਸਿਟੀਜ਼ਨਸ਼ਿਪ ਟੈਸਟ ਕਿਤੇ ਸ਼ੁਰੂ ਹੋਏ ਨੇ ਜਾਂ ਨਹੀਂ ਤੇ ਕਿੰਨੀ ਕੁ ਦੇਰ ਬਾਅਦ ਟੈਸਟ ਆ ਜਾਂਦਾ ਹੈ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ? ਸਰ 6 ਤੋਂ 8 ਮਹੀਨੇ ਲੱਗਦੇ ਨੇ ਜੀ ਤੇ ਹੁਣ ਸਟੇਜ 4 ਕਰਕੇ ਵੀ ਆਰ ਸਟਿਲ ਵੇਟਿੰਗ ਟੂ ਹੀਅਰ ਕਿ ਵੀ ਕਿਸ ਤਰ੍ਹਾਂ ਹੋਣਗੇ ਜੀ। ਸੌਰੀ ਨੋ ਕਨਫਰਮੇਸ਼ਨ ਐਟ ਦਿਸ ਸਟੇਜ, ਜਦੋਂ ਵੀ ਆਉਂਦੇ ਤੁਹਾਨੂੰ ਜ਼ਰੂਰ ਅਪਡੇਟ ਕਰਦੇ ਜੀ। ਤੇ ਪ੍ਰਵੀਨ ਜੀ ਸਵਾਲ ਪੁੱਛ ਰਹੇ ਨੇ ਕਿ ਮੇਰਾ ਬ੍ਰਦਰ ਹੈ ਉਹਨੇ +2 ਕਰ ਲਈ ਹੈ, ਹੁਣ ਆਸਟ੍ਰੇਲੀਆ ਆਉਣਾ ਚਾਹੁੰਦਾ ਹੈ ਤੇ ਕਿਹੜਾ ਕੋਰਸ ਲੈ ਕੇ ਆਵੇ ਜਿਹਦੇ ਵਿੱਚ ਉਹਨੂੰ PR ਮਿਲ ਜਾਵੇ ਸੌਖੀ? ਮੇਰੇ ਖਿਆਲ ਨਾਲ ਜੀ ਇਹਨੂੰ 2 ਸਟੈਪ ਪ੍ਰੋਸੈਸ ਰੱਖਿਆ ਜਾਵੇ ਜੀ। ਪਹਿਲਾਂ ਤਾਂ ਆਸਟ੍ਰੇਲੀਆ ਆਣਾ ਤੇ ਫਿਰ PR ਬਾਰੇ ਗੱਲ ਕਰਨੀ ਜੀ ਕਿਉਂਕਿ ਹਜੇ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਲੱਗਣੇ ਵੈਸੇ ਹੀ ਥੋੜੇ ਔਖੇ ਹੋ ਰਹੇ ਨੇ। ਤਾਂ ਪਹਿਲਾਂ +2 ਜਿਹੜੀ ਵਿੱਚ ਕੀਤੀ ਉਹਦੇ ਰਿਲੇਟਡ ਤੁਸੀਂ ਕੋਰਸ ਲੈ ਲਓ, ਜੇ ਉਹਦੇ ਘਰ ਉਰੇ ਆ ਕੇ ਫਿਰ ਆਪਾਂ PR ਬਾਰੇ ਡਿਟੇਲ 'ਚ ਗੱਲ ਕਰ ਸਕਦੇ ਹਾਂ ਜੀ। ਹੋ ਸਕਦਾ ਉੱਥੋਂ ਵੀ ਵਧੀਆ ਮਿਲ ਜਾਏ ਕੋਈ ਜਿਵੇਂ ਨਰਸਿੰਗ ਜਾਂ ਸੋਸ਼ਲ ਵਰਕ, ਬਟ ਜੇ ਤੁਸੀਂ ਉੱਥੋਂ ਸਿਰਫ PR ਦੇ ਨਾਲ ਮੈਚ ਕਰਕੇ ਕੋਰਸ ਲੈ ਲਿਆ ਤੇ ਪੜ੍ਹਾਈ ਨਾਲ ਨਾ ਕੀਤਾ ਤਾਂ ਹੋ ਸਕਦਾ ਸਟੂਡੈਂਟ ਵੀਜ਼ਾ ਕੀ ਨਾ ਲੱਗੇ ਤੇ ਜੇ ਇਸ ਤਰ੍ਹਾਂ ਦਾ ਕੰਮ ਹੋ ਗਿਆ ਫਿਰ ਕਿਹੜੀ PR? ਜੀ। ਹਰਸਿਮਰਤ ਕੁਲਜੀਤ ਕੌਰ ਕਹਿ ਰਹੇ ਨੇ ਉਹ ਸਟੱਡੀ ਕਰ ਰਹੇ ਨੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਤੇ ਕਹਿ ਰਹੇ ਨੇ ਮੈਂ ਵੀ PR ਚਾਹੁੰਦੀ ਹਾਂ ਤੇ ਕਹਿੰਦੇ ਫਰਦਰ ਗਾਈਡਲਾਈਨ ਕੀ ਹੋ ਸਕਦੀ ਹੈ ਕਿ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ ਬਾਅਦ PR ਵਾਸਤੇ? ਦੇਖੋ ਹੋਟਲ ਮੈਨੇਜਮੈਂਟ ਤੇ ਟੂਰਿਜ਼ਮ ਦੇ ਵਿੱਚ ਮੇਰੇ ਖਿਆਲ ਨਾਲ ਆਕੂਪੇਸ਼ਨ ਨਿਕਲ ਕੇ ਆਉਂਦੀ ਹੋਟਲ ਮੈਨੇਜਰ ਦੀ। ਤਾਂ ਜੇ ਤੁਸੀਂ ਪੜ੍ਹਾਈ ਤੋਂ ਬਾਅਦ 1 ਸਾਲ ਦਾ ਐਜ਼ ਅ ਹੋਟਲ ਮੈਨੇਜਰ ਐਕਸਪੀਰੀਅੰਸ ਲੈ ਲੈਂਦੇ ਹੋ ਜੀ ਤਾਂ ਤੁਸੀਂ ਐਜ਼ ਅ ਹੋਟਲ ਮੈਨੇਜਰ PR ਪਾ ਸਕਦੇ ਹੋ। ਮੋਰ ਲਾਈਕਲੀ ਤੁਸੀਂ 491 ਲਈ ਐਲੀਜੀਬਲ ਹੋਗੇ ਜੀ ਤੇ ਜਦੋਂ ਤੱਕ ਤੁਸੀਂ ਐਲੀਜੀਬਲ ਹੋਗੇ ਉਦੋਂ ਤੱਕ ਗਾਈਡਲਾਈਨਸ ਆ ਜਾਣਗੇ ਫਿਰ ਤੁਹਾਨੂੰ ਜ਼ਿਆਦਾ ਡਿਟੇਲਸ ਦੱਸ ਦਾਂਗੇ। ਬਿਲਕੁਲ ਜੀ। ਤੇ ਹੋਰ ਵੀ 2-3 ਸਵਾਲ ਫਿਰ ਤੋਂ ਆਏ ਨੇ TR ਵਾਸਤੇ ਜਿਹਦੇ ਬਾਰੇ ਆਪਾਂ ਸ਼ੁਰੂਆਤ ਦੇ ਵਿੱਚ ਵੀ ਗੱਲਬਾਤ ਕੀਤੀ ਸੀ। ਮੈਂ ਚਾਹੁੰਦਾ ਅਜੇ ਜੀ ਤੁਸੀਂ ਇੱਕ ਵਾਰ ਫਿਰ ਜ਼ਰੂਰ ਦੱਸ ਦਿਓ। ਸਵਾਲ ਉਹੀ ਆ ਰਹੇ ਨੇ ਕਿ PT ਜਾਂ ਫਿਰ IELTS ਦਾ ਐਗਜ਼ਾਮ ਇਹਨਾਂ ਦਾ ਕੈਂਸਲ ਹੋ ਗਿਆ ਤੇ ਇਹਨਾਂ ਨੇ ਹੁਣ TR ਅਪਲਾਈ ਕਰਨੀ ਸੀ ਤੇ ਕਿਸ ਤਰੀਕੇ ਨਾਲ ਉਹ ਚੀਜ਼ ਹੋ ਸਕਦੀ ਹੈ? ਦੇਖੋ ਪੁਨੀਤ ਜੀ ਜੇ ਤੁਹਾਡੇ ਕੋਲ ਟਾਈਮ ਹੈਗਾ ਮੈਂ ਸਾਰਿਆਂ ਨੂੰ ਇਹੀ ਕਹਿ ਰਿਹਾ ਥੋੜਾ ਜਿਹਾ ਵੇਟ ਕਰ ਲਓ ਕਿਉਂਕਿ ਹਜੇ ਕਿਤੇ ਨਾ ਕਿਤੇ ਸਾਨੂੰ ਇੰਡੀਵਿਜੂਅਲਿਸਟਿਕ ਲੈਵਲ ਦੇ ਉੱਤੇ ਉਹਨਾਂ ਨੇ ਪ੍ਰੂਵ ਕੀਤਾ ਜੀ। ਮਤਲਬ ਕਿ ਕੋਈ ਬਲੈਂਕੇਟ ਗਾਈਡਲਾਈਨਸ ਜਾਂ ਪਾਲਿਸੀਜ਼ ਜਾਂ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ ਪਬਲਿਸ਼ ਕੀਤੇ। ਜਦੋਂ ਅਸੀਂ ਉਹਨਾਂ ਨੂੰ ਈਮੇਲ ਪਾਈ ਹੈ ਤਾਂ ਉਹਨਾਂ ਨੇ ਈਮੇਲ ਸਾਨੂੰ ਦੱਸਿਆ ਵੀ ਠੀਕ ਹੈ ਜੀ ਤੁਸੀਂ ਪਾ ਸਕਦੇ ਹੋ, ਬਟ ਜੇ ਉਹ ਜਿਹੜੀ ਐਡਵਾਈਸ ਆ ਗਲਤ ਹੋ ਗਈ ਜੀ
then ਜਿਹੜੀ ਈਮੇਲ ਸਾਨੂੰ ਡਿਪਾਰਟਮੈਂਟ ਕਿਦੋਂ ਆਈ ਆ, that may not stand a chance in court or tribunal. ਜੀ ਤਾਂ ਕਿਤੇ ਨਾ ਕਿਤੇ ਜੇ ਪੁਨੀਤ ਜੀ ਤੁਹਾਡੇ ਕੋਲ ਟਾਈਮ ਹੈਗਾ, ਚਾਹੇ 30 ਅਗਸਤ ਤੱਕ ਦਾ ਟਾਈਮ ਹੈਗਾ, ਪਲੀਜ਼ 22 ਅਗਸਤ ਤੱਕ 1-2 ਵੀਕ ਵੇਟ ਕਰ ਲਓ, ਠੀਕ ਹੈ ਜੀ। ਹੋਪਫੁਲੀ ਡਿਪਾਰਟਮੈਂਟ ਉਹਦਾ ਕੋਈ ਸੋਲਿਡ ਪਾਲਿਸੀ ਕੱਢ ਦੂਗਾ and they will honor all the application that will lodge under this policy, but wait. ਜੀ ਤੇ ਇੱਕ ਲਾਸਟ ਸਵਾਲ ਆਵਾਂ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਹਾਂਜੀ ਸਰ ਜੀ। ਸਾਰਿਆਂ ਨੂੰ ਮੈਂ ਕਹਾਂਗਾ ਕਿ ਅਗਰ ਤੁਸੀਂ ਆਪਣੀਆਂ ਜਿਹੜੀਆਂ ਨੇ ਕੁਐਰੀਜ਼ ਰਿਜ਼ੋਲਵ ਕਰਾਉਣਾ ਚਾਹੁੰਦੇ ਹੋ, ਸੋਲਵ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਸਰਬਜੀਤ ਸਿੰਘ ਜੀ ਕਹਿ ਰਹੇ ਨੇ, ਹੈਲੋ ਸਰ, ਆਈ ਐਮ ਔਨ 489 ਵੀਜ਼ਾ ਐਂਡ ਆਈ ਹੈਡ ਵਿਦਡਰਾਨ अर्ਲੀ ਸੁਪਰਨੇਸ਼ਨ ਤੇ ਆਈ ਵਾਸ ਔਨ ਸਟੂਡੈਂਟ ਵੀਜ਼ਾ, ਵਿਲ ਇਟ ਅਫੈਕਟ ਮਾਈ 887 ਵੀਜ਼ਾ ਐਲੀਜੀਬਿਲਿਟੀ? ਇਹਦੇ ਲਈ ਸਰ ਮੈਨੂੰ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਜੀ, ਕਿਉਂਕਿ ਜੇ ਤੁਸੀਂ 489 ਵੀਜ਼ੇ ਤੇ ਹੈਗੇ ਹੋ, ਫਿਰ ਸੁਪਰ ਆਈ ਨੀਡ ਮੋਰ ਇਨਫੋਰਮੇਸ਼ਨ ਸਰ, ਕਿਉਂਕਿ ਲਿਟਲ ਬਿਟ ਕੰਪਲਿਕੇਟਡ ਹੈ ਜੀ। ਵੀ ਤੁਸੀਂ ਸਟੂਡੈਂਟ ਵੀਜ਼ੇ ਤੇ ਸੀ ਉਦੋਂ ਸੁਪਰ ਕਢਾਈ ਸੀ ਤੇ ਹੁਣ 489 ਲੈ ਲਿਆ, ਕਿਉਂਕਿ ਰਿਕੁਆਇਰਮੈਂਟ ਤੁਸੀਂ 489 ਵੀਜ਼ੇ ਤੇ ਹੋਣ ਤੋਂ ਬਾਅਦ ਕਰਨੀਆਂ ਨੇ ਤੇ 4 ਸਾਲ ਦੇ ਵਿੱਚ ਕਿਸੇ ਵੀ 2 ਸਾਲ 'ਚ ਕਰਨੀਆਂ ਨੇ। ਤਾਂ ਬੇਸਿਕਲੀ ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਪਹਿਲੇ ਸਾਲ ਐਲੀਜੀਬਲ ਨਹੀਂ ਹੋਏ ਤਾਂ ਤੁਸੀਂ ਉਸ ਤੋਂ ਬਾਅਦ ਐਲੀਜੀਬਲ ਹੋ ਜਾਓਗੇ, ਕੋਈ ਟੈਨਸ਼ਨ ਨਹੀਂ। ਬਿਲਕੁਲ। ਤੇ ਬਹੁਤ-ਬਹੁਤ ਸ਼ੁਕਰੀਆ ਅਜੇ ਜੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਤੇ ਬਹੁਤ ਵਧੀਆ ਤੁਸੀਂ ਜਿਹੜਾ ਗਲੋਬਲ ਟੈਲੈਂਟ ਵੀਜ਼ਾ ਬਾਰੇ ਵੀ ਅੱਜ ਗੱਲਬਾਤ ਕੀਤੀ, ਬਹੁਤ ਸਾਰੀ ਨੂੰ ਜਿਹੜਾ ਨਵੇਂ ਵੀਜ਼ਾ ਬਾਰੇ ਪਤਾ ਲੱਗਿਆ, ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਤੇ ਜਾਂਦੇ ਕੁਝ ਹੋਰ ਸਾਡੇ ਸਰੋਤਿਆਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਉਹ ਵੀ ਓਵਰ ਟੂ ਯੂ। ਬਸ ਸਰ ਜੀ, ਗਲੋਬਲ ਟੈਲੈਂਟ ਵੀਜ਼ਾ ਬਹੁਤ ਵਧੀਆ ਸਕੀਮ ਹੈ ਜੀ, ਪਲੀਜ਼ ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਇਹੀ ਹੈ ਜੀ ਵੀ ਧਿਆਨ ਵੀ ਪਲੀਜ਼ ਇਹਦੀ ਐਲੀਜੀਬਿਲਿਟੀ ਪੜ੍ਹੋ, ਜੇ ਕਿਤੇ ਵੀ ਕਨਫਿਊਜ਼ਨ ਹੈ, ਤੁਹਾਨੂੰ ਲੱਗਦਾ ਤੁਸੀਂ ਐਲੀਜੀਬਲ ਹੋ, ਸਾਡੇ ਨਾਲ ਕੰਟੈਕਟ ਕਰੋ ਜੀ। ਤੇ ਦੂਸਰੀ ਗੱਲ, TR ਲਈ ਜੇ ਤੁਸੀਂ ਵੇਟ ਕਰ ਸਕਦੇ ਹੋ ਜੀ ਤਾਂ ਵੇਟ ਕਰ ਲਓ। ਸਟੂਡੈਂਟ ਵੀਜ਼ੇ ਲਈ ਆਪਣੀਆਂ ਫੀਸ ਮਾਫ ਹੋ ਚੁੱਕੀ ਹੈ ਜੀ, ਆਪਣੇ ਐਜੂਕੇਸ਼ਨ ਪ੍ਰੋਵਾਈਡਰ ਨਾਲ ਗੱਲ ਕਰੋ, ਫਾਰਮ ਭਰਵਾਓ ਤੇ ਫੀਸ ਮਾਫ ਕਰਾਓ ਜੀ। ਤੇ ਜਿਹੜੇ TR ਤੋਂ ਬਾਹਰ ਪਾ ਰਹੇ ਨੇ ਉਹਨਾਂ ਨੂੰ ਭਰਨੀ ਹੀ ਪੈਣੀ ਹੈ ਜੀ, ਕੋਈ ਕੰਜੈਸ਼ਨ। ਬਹੁਤ-ਬਹੁਤ ਸ਼ੁਕਰੀਆ ਜੀ ਬਾਂਸਲ ਜੀ ਸਾਰੀ ਜਾਣਕਾਰੀ ਵਾਸਤੇ, ਥੈਂਕ ਯੂ। ਥੈਂਕ ਯੂ ਸਰ ਜੀ। ਤਾਂ ਇਹ ਸਨ ਅਜੇ ਬਾਂਸਲ ਜੀ ਫਰੋਮ ਬਾਂਸਲ ਇਮੀਗ੍ਰੇਸ਼ਨ ਐਂਡ ਕੰਸਲਟੈਂਟਸ। ਤੁਸੀਂ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਮਾਫੀ ਚਾਹੁੰਦੇ ਆ ਕਿ ਸਾਰੇ ਜਿਹੜੇ ਸਵਾਲ ਨੇ ਹਮੇਸ਼ਾ ਦੀ ਤਰ੍ਹਾਂ ਆਪਾਂ ਨਹੀਂ ਲੈ ਪਾਏ, ਲੇਕਿਨ ਫਿਰ ਵੀ ਆਪਾਂ 80% ਜਿਹੜੇ ਸਵਾਲਾਂ ਦੇ ਜਵਾਬ ਆਈ ਹੋਪ ਕਿ ਤੁਹਾਨੂੰ ਦਿੱਤੇ ਹੋਣਗੇ। ਬਾਕੀ ਤੁਸੀਂ ਹੋਰ ਕੁਐਰੀਜ਼ ਵਾਸਤੇ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 0406 660 960 ਦੇ ਉੱਤੇ, ਤੇ ਜਾਂ ਫਿਰ ਇਹਨਾਂ ਦੀ ਵੈਬਸਾਈਟ bansalimmigration.com.au ਤੇ ਜਾ ਸਕਦੇ ਹੋ। ਲੈਂਦੇ ਆ ਜੀ ਇਜਾਜ਼ਤ, ਜੁੜੇ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਦਿਸ ਇਜ਼ ਯੂਰ ਆਪਣਾ ਆਰਜੇ ਪੁਨੀਤ। ਨਾਓ